ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ। ਆ ਮੁਕਤ ਮੋਹਿ ਤਾਰੈ, ਕਵਨ 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 ਗੁਣ ਕਈਐ। ਅੰਤ ਨਹੀਂ ਕਛ ਪਾਰੈ, ਲਾਖ 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 ਕਈ ਕੋਰੈ। ਕੋ ਹੈ ਐਸੋ ਵਿਚਾਰੈ, ਬਿਸਮਨ ਬਿਸਮ ਬਿਸ ਪਈ ਹੈ ਬਿਸਮ, ਬਿਸਮ 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 ਹੀ ਪਈ ਹੈ। ਲਾਲ ਗੁਲਾਲ ਰੰਗਾਰੇ, ਕੋ ਨਾਨਕ ਸੰਤਨ ਰਸ ਆਈ ਹੈ। ਜਿਉ ਚਾਖ ਗੂੰਗਾ ਮੁਸਕਾਰੈ, ਜਿਉ ਚਾਖ ਗੂੰਗਾ ਮੁਸਕਾਰੈ। ਐਸੇ ਗੁਰ ਕੋ ਬਲ ਬਲ ਜਾਈਐ। ਆ ਮੁਕਤ ਮੋਹਿ ਤਾਰੇ, ਆ ਮੁਕਤ ਮੁਕਤ ਕਰੇ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਵਿੱਤਰ ਛਾਇਆ ਵਿੱਚ ਅਸੀਂ ਮਿਲ ਬੈਠ ਕੇ ਸਾਰੇ ਮਾਈ ਭਾਈ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਆਪਣੇ ਉਸ ਜੀਵਨ ਦੇ ਮਨੋਰਥ ਨੂੰ ਪੂਰਾ ਕਰ ਰਹੇ ਹਾਂ, ਜਿਹਦੀ ਬਾਬਤ ਅਸੀਂ ਸੰਸਾਰ ਵਿੱਚ ਆਏ ਹਾਂ ਕਿ ਆਇਓ ਸੁਣਨ ਪੜ੍ਹਨ ਕੋ ਬਾਣੀ। ਇਹ ਪ੍ਰਯੋਜਨ ਨਾਲ ਅਸੀਂ ਸੰਸਾਰ ਵਿੱਚ ਆਏ ਹਾਂ। ਉਸ ਪ੍ਰਯੋਜਨ ਨੂੰ ਤੁਸੀਂ ਸਾਰੇ ਮਾਈ ਭਾਈ ਮਿਲ ਕੇ ਉਸ ਪਰਮਾਤਮਾ ਦੀ ਉਸ ਖੁਸ਼ੀ ਨੂੰ ਝੋਲੀ ਵਿੱਚ ਪਾਉਣ ਵਾਸਤੇ, ਨਹੀਂ ਤੇ ਬਹੁਤ ਸਰੀਰਾਂ ਨੂੰ ਇਹੀ ਨਹੀਂ ਪਤਾ ਅਸੀਂ ਸੰਸਾਰ ਵਿੱਚ ਕੀ ਕਰਨ ਵਾਸਤੇ ਆਏ ਹਾਂ ਤੇ ਕੀ ਕਰਨਾ ਹੈ। ਮਹਾਰਾਜ ਕਹਿੰਦੇ ਨੇ, ਕਿਸੇ ਜਗ੍ਹਾ 'ਤੇ ਤੂੰ ਜਾਣਾ ਹੋਵੇ, 2 3 4 ਦਿਨ ਬਾਹਰ ਜਾਣਾ ਹੋਵੇ ਕਿੱਥੇ, ਤੇ ਤੂੰ ਸਾਰੀ ਤਿਆਰੀ ਨਾਲ ਕਰਕੇ ਜਾਣਾ। ਕੱਪੜਾ, ਖਾਣ ਪੀਣ ਦਾ ਸਮਾਨ, ਮਾਇਆ ਧੇਲੇ ਸਭ ਕੁਛ ਨਾਲ ਲੈ ਕੇ ਜਾਣਾ, ਤਾਂ ਕਿ ਤੈਨੂੰ ਰਾਹ ਪੈਂਡੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ। ਇਹੀ ਗੱਲ ਹੁੰਦੀ ਹੈ ਨਾ। ਤੁਸੀਂ ਦਰਬਾਰ ਸਾਹਿਬ ਜਾਣਾ, ਦਿੱਲੀੋਂ ਬਾਹਰ ਜਾਣਾ, ਫਾਰਨ ਜਾਣਾ, ਸਾਰੀ ਤਿਆਰੀ ਅਸੀਂ ਕਰਕੇ ਜਾਂਦੇ ਹਾਂ। ਕਿਉਂ? ਕਿਉਂਕਿ ਉਸ ਰਸਤੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਰੁਕਾਵਟ, ਪਰੇਸ਼ਾਨੀ ਨਾ ਹੋਵੇ। ਮਨਾ ਕਦੀ ਤੂੰ ਇਹ ਵੀ ਝਾਤ ਮਾਰੀ ਹੈ ਕਿ ਇਸ ਸੰਸਾਰ ਤੋਂ ਜਦੋਂ ਤੂੰ ਕੂਚ ਕਰਨਾ ਹੈ, ਉਹਦੀ ਤਿਆਰੀ ਕੀਤੀ ਹੈ ਕਿ ਨਹੀਂ ਕੀਤੀ? ਗੁਰੂ ਸਾਹਿਬ ਰੋਜ਼ ਸੋਦਰ ਦੀ ਬਾਣੀ ਵਿੱਚ ਸਾਨੂੰ ਕਹਿੰਦੇ ਨੇ, ਸਰੰਜਾਮ ਲਾਗ
ਭਵਜਲ ਤਰਨ ਕੈ। ਸਰੰਜਾਮ ਹੁੰਦਾ ਹੈ ਇੰਤਜ਼ਾਮ, ਕੋਈ ਅਰੇਂਜਮੈਂਟ ਕੀਤਾ ਹੈ ਇਸ ਭਵਸਾਗਰ ਪਾਰ ਕਰਨ ਦਾ। ਬਾਕੀ ਅਰੇਂਜਮੈਂਟ ਅਸੀਂ ਸਾਰੇ ਕਰ ਲਏ, ਪਰ ਉਸ ਪਰਮਾਤਮਾ ਦੇ ਜਿਹੜੇ ਘਰ ਜਦੋਂ ਸੰਸਾਰ ਤੋਂ ਅਸੀਂ ਜਾਣਾ ਹੈ ਤੇ ਅਸੀਂ ਉਸ ਵੇਲੇ ਫਿਰ ਇਹ ਇੰਤਜ਼ਾਮ ਨਹੀਂ ਕੀਤਾ ਕਿ ਸਰੰਜਾਮ ਲਾਗ ਭਵਜਲ ਤਰਨ ਕੇ। ਮਹਾਰਾਜ ਕਹਿੰਦੇ ਨੇ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਸਾਰਾ ਸਾਡਾ ਜਨਮ ਖਾਲੀ ਚਲਾ ਗਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਸੋ ਇਹ ਇੰਤਜ਼ਾਮ ਆਪ ਕਰ ਰਹੇ ਹੋ ਉਸ ਸਥਾਨ 'ਤੇ ਜਿੱਥੇ ਕੋਈ ਵਸਤੂ ਦੁਨੀਆ ਦੀ ਨਹੀਂ ਜਾਣੀ। ਜਹ ਪੈਂਡੇ ਮਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਉਸ ਸਥਾਨ 'ਤੇ ਜਿੱਥੇ ਜਾਣਾ ਹੈ, ਉਸ ਰਾਹ ਪੈਂਡੇ ਵਿੱਚ ਤੈਨੂੰ ਕਿਸੇ ਨੇ ਸਿਆਣਨਾ ਨਹੀਂ ਹੈ। ਇੱਥੇ ਤੇ ਤੂੰ ਬਾਹਰ ਨਿਕਲਣਾ ਤੇ ਕਈ ਤੈਨੂੰ ਜਾਣਦੇ ਨੇ, ਪਰ ਉਸ ਪੈਂਡੇ ਵਿੱਚ ਤੈਨੂੰ ਕਿਸੇ ਨੇ ਪਹਿਚਾਨਣਾ ਨਹੀਂ ਹੈ। ਉੱਥੇ ਜਿਸ ਨੇ ਤੇਰੀ ਮਦਦ ਕਰਨੀ ਹੈ ਉਹ ਹਰੀ ਦਾ ਨਾਮ ਹੈ। ਜਿਹੜਾ ਧਨ ਤੁਸੀਂ ਇਕੱਤਰ ਕਰ ਰਹੇ ਹੋ, ਮਨ ਮੇ ਸਿੰਚੋ ਹਰ ਹਰ ਨਾਮ, ਅਣ ਦਿਨ ਕੀਰਤਨ ਹਰ ਗੁਣ ਗਾਮ। ਇਹ ਧਨ ਇਕੱਠਾ ਕਰਨ ਵਾਸਤੇ ਤੁਸੀਂ ਰੋਜ਼ਾਨਾ ਹਾਜ਼ਰੀ ਭਰਦੇ ਹੋ ਔਰ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਦੇ ਹੋ। ਇਹ ਧਨ ਉਹ ਹੈ, ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ। ਨਾ ਇਹਨੇ ਖਤਮ ਹੋਣਾ ਤੇ ਨਾ ਇਹਨੇ ਘੱਟ ਹੋਣਾ ਹੈ। ਇਹ ਤੇ ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਤੋ ਸਾਧ ਸੰਗਤ ਆਓ, ਚੱਲ ਰਹੀ ਲੜੀਵਾਰ ਵਿਚਾਰ ਜੋ ਲਾਵਾਂ ਦੀ ਹੈ, ਜੋ ਆਨੰਦ ਕਾਰਜ ਦੇ ਵੇਲੇ ਪੜ੍ਹੀ ਜਾਣ ਵਾਲੀ ਬਾਣੀ, ਸੂਈ ਰਾਗ ਧੰਨ ਧੰਨ ਗੁਰੂ ਰਾਮਦਾਸ ਜੀ, ਜਿਨ੍ਹਾਂ ਦੇ ਮੁਬਾਰਕ ਰਸਨਾ ਤੋਂ ਉਚਾਰੇ ਹੋਏ ਇਹ ਬੋਲ ਨੇ, ਜੋ ਹਰ ਕੋਈ ਸਿੱਖ ਜਦੋਂ ਗ੍ਰਸਥ ਜੀਵਨ ਵਿੱਚ ਐਂਟਰ ਕਰਦਾ ਹੈ ਤੇ ਇਹ ਲਾਵਾਂ ਦੇ ਦਰਸ਼ਨ ਉਹਦੀ ਲਾਈਫ ਵਿੱਚ ਜ਼ਰੂਰ ਹੁੰਦੇ ਹਨ। ਇਹ ਸੁਭਾਗ ਹਨ ਉਹਨਾਂ ਜੋੜੀਆਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਇਹ ਬਾਣੀ ਦਾ ਪਾਠ, ਗੁਰੂ ਰਾਮਦਾਸ ਜੀ ਦੀ ਬਾਣੀ ਦਾ ਪਾਠ ਉੱਥੇ ਹੁੰਦਾ ਹੈ। ਤੋ ਆਓ ਅਸੀਂ ਹੁਣ ਇਸ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਜਿਹੜੇ ਵੀ ਮਾਈ ਭਾਈ ਬੈਠੇ ਹੋ, ਮੈਂ ਹਰ ਵਾਰੀ ਹੱਥ ਬੰਨ੍ਹ ਕੇ ਬੇਨਤੀ ਕਰਨਾ ਵਾਂ ਕਿ ਭਾਈ ਕੈਮਰਾ ਆਨ ਕਰਕੇ ਬੈਠੋ, ਇਕਾਗਰਤਾ ਵਿੱਚ ਬੈਠੋ। ਕੋਈ ਅਸੀਂ ਗਿਣਤੀ ਬਣਾਉਣ ਵਾਸਤੇ ਨਹੀਂ ਬੈਠੇ। ਮੈਂ ਕਹਿੰਦਾ 5 ਹੀ ਬੈਠੋ ਭਾਵੇਂ, ਪਰ ਸਰਵਣ ਕਰੋ। ਕੁਛ ਗੁਰਬਾਣੀ ਹੈ, ਵਿਚਾਰ ਹੈ, ਮੇਰੇ ਕੋਈ ਪਰਸਨਲ ਵਿਚਾਰ ਤੇ ਹੈ ਨਹੀਂ। ਤੇ ਜੇ ਅਸੀਂ ਉਹਨਾਂ ਵਿਚਾਰਾਂ ਨੂੰ ਧਿਆਨ ਨਾਲ ਸੁਣਾਂਗੇ ਤੇ ਗੁਰੂ ਵੀ ਖੁਸ਼ ਹੁੰਦਾ ਹੈ। ਤੇ ਇਸ ਕਰਕੇ ਇੱਕ ਜਿਨ੍ਹਾਂ ਦੇ ਕੋਈ ਅਗਰ ਜਿਸ ਤਰ੍ਹਾਂ ਮੈਸੇਜ ਆ ਰਹੇ ਨੇ ਕਿ ਸਿਰ ਨਹੀਂ ਕਾਜੇ, ਉਹ ਵੀ ਪੂਰੇ ਹੈਡ ਆਪਣੇ ਕਵਰ ਕਰਨ, ਕਿਉਂਕਿ ਇਹ ਗੁਰਬਾਣੀ ਦਾ ਸਤਿਕਾਰ ਹੈ। ਬਸ ਇੰਨੀ ਗੱਲ ਸਮਝ ਲਈਏ। ਕਿਉਂ? ਗੁਰੂ ਸਾਹਿਬ ਦੇ ਤੁਸੀਂ ਭਾਵੇਂ ਨੰਗੇ ਸਿਰ ਵੀ ਬਹਿ ਜਾਓ, ਉਹਨਾਂ ਨੇ ਕੁਛ ਨਹੀਂ ਕਹਿਣਾ। ਇਹ ਸਾਡਾ ਹੈ, ਮਨ ਦੀ ਸੋਚ ਹੈ ਕਿ ਅਸੀਂ ਗੁਰੂ ਨੂੰ ਸਤਿਕਾਰ ਵਾਧੂ ਕਰਨਾ ਹੈ। ਗੁਰੂ ਨਹੀਂ ਕਹਿੰਦਾ ਮੈਨੂੰ ਲੱਖਾਂ ਦੇ ਚੰਦੋਵੇ ਚੜਾਓ, ਗੁਰੂ ਨਹੀਂ ਕਹਿੰਦਾ ਮੈਨੂੰ ਸੋਨੇ ਦੀ ਚੋਰ ਸਹਿਬ ਕਰੋ, ਗੁਰੂ ਨਹੀਂ ਕਹਿੰਦਾ ਮੈਨੂੰ ਸੋਨੇ ਦੀ ਪਾਲਕੀ ਵਿੱਚ ਬਿਠਾਓ। ਇਹ ਸਾਡਾ ਸ਼ਰਧਾ, ਪਿਆਰ, ਭਾਵਨਾ, ਭਰੋਸਾ, ਵਿਸ਼ਵਾਸ ਸਾਡਾ ਗੁਰੂ 'ਤੇ ਹੈ, ਸਾਡਾ ਅਕੀਦਾ ਹੈ। ਅਸੀਂ ਗੁਰੂ ਦਾ ਸਤਿਕਾਰ ਕਿਵੇਂ ਕਰ ਸਕਦੇ ਹਾਂ? ਉਸ ਪਰਮਾਤਮਾ ਨੂੰ ਤੁਸੀਂ ਭਾਵੇਂ ਨਾ ਵੀ ਜਪੋ, ਉਹਨੇ ਤਾਂ ਵੀ ਤੁਹਾਨੂੰ ਰੋਜੀ ਰੋਟੀ ਦੇਣੀ। ਜੇ ਤੁਸੀਂ ਉਹਨੂੰ ਜਪੋਗੇ ਤਾਂ ਵੀ ਤੁਹਾਨੂੰ ਉਹਨੇ ਦੇਣਾ ਹੀ ਦੇਣਾ ਹੈ। ਪੋਖਤ ਹੈ ਪੋਖਤ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਦੇਖਦਿਆਂ ਹੋਇਆਂ ਵੀ ਸਾਡੇ ਮਾੜੇ ਕਰਮ ਫਿਰ ਵੀ ਉਹਨੇ ਦੇਣਾ ਹੀ ਦੇਣਾ। ਤੁਸੀਂ ਉਹਨੂੰ ਜਪੋ ਜਾਂ ਨਾ ਜਪੋ। ਹੁਣ ਤੁਸੀਂ ਉਹਨੂੰ ਵਾਹਿਗੁਰੂ ਵਾਹਿਗੁਰੂ ਨਾ ਕਹੋ ਤੇ ਵੱਡਾ ਨਾ ਹੋਵੇ, ਘਾਟ ਨਾ ਜਾਏ। ਨਾ ਉਹਨੇ ਵੱਡਾ ਹੋਰ ਹੋ ਜਾਣਾ ਤੇ ਨਾ ਉਹਨੇ ਛੋਟਾ ਹੋ ਜਾਣਾ। ਸਾਡੇ ਨਾ ਕੇ ਔਰ ਕੇ। ਹਾਂ, ਇੱਕ ਗੱਲ ਜ਼ਰੂਰ ਹੈ,
ਅਗਰ ਉਸ ਪਰਮਾਤਮਾ ਨੂੰ ਵਾਹਿਗੁਰੂ, ਉਸ ਦਾ ਨਾਮ ਜਪਣ ਦਾ, ਉਸ ਦਾ ਸਤਿਕਾਰ ਕਰਨ ਦਾ ਇੰਨਾ ਫਾਇਦਾ ਜ਼ਰੂਰ ਹੈ ਕਿ ਸਾਡੇ ਜਨਮਾਂ ਦੀ ਮੈਲ ਜ਼ਰੂਰ ਉਤਰ ਜਾਏਗੀ। ਤਾਰਿਆ ਜਹਾਂ ਲਿਆ ਅਭਿਮਾਨ, ਜਿਨੀ ਦਰਸ਼ਨ ਪਾਇਆ, ਜਿਨੀ ਤੁਧਨੋਂ ਧਨ ਕਿਆ, ਤਿਨ ਜਮ ਨੇੜ ਨਾ ਆਇਆ। ਬਸ ਧਨ ਕਹਿਣ ਨਾਲ, ਗੁਰੂ ਨੂੰ ਵਾਹ ਕਰਨ ਨਾਲ, ਗੁਰੂ ਨੇ ਓਨਾ ਹੀ ਰਹਿਣਾ ਜਿੰਨਾ ਹੈ ਗੁਰੂ। ਪਰ ਇੰਨੀ ਗੱਲ ਹੈ, ਜਮ ਸਾਡੇ ਨੇੜੇ ਨਹੀਂ ਆਣਗੇ। ਧਨ ਕਹਿਣ ਦਾ ਮਤਲਬ ਇਹ ਹੈ। ਤੋ ਆਓ, ਜਿਸ ਤਰ੍ਹਾਂ ਅਸੀਂ ਪਹਿਲੀ ਲਾਵ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਅਸੀਂ ਸਰਵਣ ਕੀਤੀ ਸੀ, ਟੂਕ ਮਾਤਰ ਅਸੀਂ ਪਹਿਲਾਂ ਉਸ ਨੂੰ ਵਿਚਾਰ ਨੂੰ ਸਮਝ ਲਈਏ, ਕਿਉਂਕਿ ਉਹਦੇ ਨਾਲ ਹੀ ਕੜੀ ਦਰ ਕੜੀ ਇਹ ਚਾਰੋਂ ਲਾਵਾਂ ਨੇ। ਤੋ ਮਨ ਬਿਰਤੀ ਕਾਗਰ ਕਰੋ। ਜੇ ਮਨ ਇੱਧਰ ਉੱਧਰ ਭੱਜ ਰਿਹਾ, ਆਵਾਜ਼ ਮਾਰੋ, ਮਨ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਇਹ ਉਹ ਲਾਵਾਂ ਨੇ। ਵੈਸੇ ਤੇ ਇਹ ਰੂਹਾਨੀਅਤ ਦੇ ਮੰਡਲ ਦੀ ਲਾਵਾਂ ਨੇ, ਜਿਹੜੀਆਂ ਆਤਮਾ ਤੇ ਪਰਮਾਤਮਾ ਨਾਲ ਵਿਆਹ ਹੋਣਾ ਹੁੰਦਾ ਹੈ। ਇੱਕ ਵਿਆਹ ਉਹ ਵੀ ਹੁੰਦਾ ਹੈ ਸਰੀਰ ਔਰ ਆਤਮਾ ਦਾ। ਜਦੋਂ ਸਾਡੇ ਵਿੱਚ ਆਤਮਾ ਆਉਂਦੀ ਏ, ਉਹ ਵੀ ਇੱਕ ਵਿਆਹ ਹੈ। ਮੈਂ ਪਹਿਲਾਂ ਜ਼ਿਕਰ ਕੀਤਾ, ਮੈਂ ਟੂਕ ਮਾਤਰ ਤਾਂ ਕਰ ਰਿਹਾ। ਇੱਕ ਵਿਆਹ ਐਸਾ ਹੁੰਦਾ ਹੈ ਜਦੋਂ ਸਾਨੂੰ ਮੌਤ ਨੇ ਆਉਣਾ ਹੈ, ਉਹ ਲਾੜਾ ਬਣ ਕੇ ਆਏਗੀ ਤੇ ਜਿੰਦ ਸਾਡੀ ਵੋਟੀ, ਇਹ ਵੀ ਇੱਕ ਵਿਆਹ ਹੁੰਦਾ ਹੈ। ਇੱਕ ਵਿਆਹ ਮੌਤ ਆਂਦੀ ਏ ਸਾਡੀ ਜਿੰਦ ਲੈਣ ਵਾਸਤੇ, ਆਪਸ ਵਿੱਚ ਵਿਆਹ ਹੁੰਦਾ ਹੈ, ਸਰੀਰ ਛੱਡਣਾ ਪੈਂਦਾ ਹੈ। ਇੱਕ ਵਿਆਹ ਆਤਮਾ ਦਾ ਸਰੀਰ ਨਾਲ ਹੁੰਦਾ ਹੈ, ਜਦੋਂ ਸਾਡੇ ਅੰਦਰ ਮਾਤਾ ਦੇ ਗਰਭ ਵਿੱਚ ਐਂਟਰ ਕਰਦੀ ਹੈ। ਤੀਜਾ ਵਿਆਹ ਉਹ ਹੁੰਦਾ ਹੈ ਜਿਹੜਾ ਗ੍ਰਸਥ ਜੀਵਨ ਵਿੱਚ ਇੱਕ ਬੱਚਾ ਤੇ ਬੱਚੀ ਆਪਸ ਵਿੱਚ ਸੰਜੋਗ ਦੇ ਨਾਲ, ਉਦੋਂ ਫਿਰ ਇਹ ਕਾਰਜ ਹੁੰਦੇ ਹਨ। ਇੱਕ ਜਿਹੜੀ ਇਹ ਰੂਹਾਨੀਅਤ ਦੀ ਗਿਆਨ ਵਾਲੀ ਬਾਣੀ ਹੈ, ਉਹ ਹੈ ਅਸੀਂ ਆਤਮਾ ਜਿਹੜੀ ਜੀਵ ਰੂਪ ਇਸਤਰੀ ਹੈ, ਉਹ ਪ੍ਰਭੂ ਰੂਪ ਪਤੀ ਪਰਮਾਤਮਾ ਦੇ ਨਾਲ ਵਿਆਹੀ ਜਾਣੀ ਹੈ। ਹੁਣ ਵਿਆਹੀ ਤਦ ਹੀ ਜਾ ਸਕਦੀ ਹੈ ਜੇ ਪਤੀ ਨੂੰ ਭਾ ਜਾਏਗੀ, ਪਤੀ ਨੂੰ ਚੰਗੀ ਲੱਗੇਗੀ। ਤਾਂ ਮਹਾਰਾਜ ਕਹਿੰਦੇ ਨੇ, ਪਹਿਲੀ ਲਾਭ ਜਦੋਂ ਲਈ ਨਾ ਉਸ ਜੀਵ ਰੂਪੀ ਇਸਤਰੀ ਨੇ ਪਰਮਾਤਮਾ ਦੇ ਨਾਲ, ਉਸ ਆਤਮਾ ਨੇ, ਕਿਉਂਕਿ ਆਤਮਾ ਪਰਮਾਤਮਾ ਦਾ ਅੰਸ਼ ਹੈ। ਜਿਸ ਤਰ੍ਹਾਂ ਪਰਮ ਆਤਮਾ, ਉਹ ਪਰਮ ਆਤਮਾ ਹੈ, ਉਹਦੇ ਵਿੱਚੋਂ ਹੀ ਅਸੀਂ ਸਾਰੇ, ਇਹ ਆਤਮਾ ਉਹਦੀਆਂ ਹੀ ਨੇ। ਅਸੀਂ ਸਮਝ ਲਓ ਇੱਕ ਸਮੁੰਦਰ ਦੀ ਬੂੰਦ ਆ ਤੇ ਅਸੀਂ ਸਮੁੰਦਰ ਵਿੱਚ ਹੀ ਸਮਾਣਾ ਹੈ। ਤੋ ਮਹਾਰਾਜ ਕਹਿੰਦੇ ਨੇ, ਜਦੋਂ ਪਹਿਲੀ ਰਾਵ ਆਰੰਭ ਹੋਈ, ਉਹਦਾ ਭਾਵ ਇਹ ਸੀ ਕਿ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਿੜਾਇਆ ਬਲਰਾਮ ਜੀਓ। ਜਦੋਂ ਕੁੜੀ ਵਿਆਹ ਕੇ ਸਹੁਰੇ ਘਰ ਜਾਂਦੀ ਏ ਤੇ ਆਪਣੀਆਂ ਪਹਿਲੀਆਂ ਜਿਹੜੀਆਂ ਵੀ ਮਾੜੀਆਂ ਆਦਤਾਂ ਨੇ, ਆਲਸ ਦੀਆਂ, ਲੇਟ ਉੱਠਣਾ, ਮਨਮਾਨੀ ਕਰਨੀ, ਝੱਲ ਖਿਲਾਰਨੇ, ਜਾਂ ਮਰਜ਼ੀ ਨਾਲ ਮਾਤਾ ਪਿਤਾ ਦੇ ਘਰ ਵਿੱਚ ਰਹਿਣਾ, ਪਰ ਇਹ ਸਾਰੀਆਂ ਆਦਤਾਂ, ਉੱਥੇ ਤੇ ਮਾਤਾ ਪਿਤਾ ਦਾ ਪਿਆਰ ਸੀ, ਲਾਡ ਸੀ, ਪਰ ਇਹ ਚੀਜ਼ਾਂ ਹੁਣ ਸਹੁਰੇ ਘਰ ਨਹੀਂ ਚਲਦੀਆਂ। ਤੇ ਸਹੁਰੇ ਘਰ ਉਹਨੇ ਇਹ ਸਾਰੀਆਂ ਆਦਤਾਂ ਹੁਣ ਛੱਡ ਦਿੱਤੀਆਂ, ਕਿਉਂਕਿ ਘਰ ਸੱਸ ਸਹੁਰਾ ਨੇ। ਅਗਰ ਲੇਟ ਉੱਠੇਗੀ, ਘਰ ਤੇ ਮਾਂ ਕਹੇਗੀ ਚਲੋ ਕੋਈ ਗੱਲ ਨਹੀਂ, ਸੁੱਤੀ ਰਹਿ ਪੁੱਤਰੀ। ਤੇ ਜੇ ਅਗਰ ਲੇਟ ਉੱਠਦੀ ਹੈ ਤੇ ਫਿਰ ਉੱਥੇ ਸ਼ੋਭਾ ਨਹੀਂ ਪਾਉਂਦੀ। ਗੁਰੂ ਸਾਹਿਬ ਕਹਿੰਦੇ ਨੇ, ਪਹਿਲੀ ਲਾਭ ਜਦੋਂ ਲਈ ਜੀਵ ਇਸਤਰੀ ਨੇ, ਉਹਨੇ ਆਪਣੀਆਂ ਸਾਰੀਆਂ ਮਾੜੀਆਂ ਆਦਤਾਂ ਸੀ ਜਿਹੜੀਆਂ, ਉਹ ਸਭ ਛੱਡ ਦਿੱਤੀਆਂ। ਕਿਉਂ? ਕਿਉਂਕਿ ਉਹਨੂੰ ਹੁਣ ਸਹੁਰੇ ਘਰ ਪਤੀ ਪਰਮੇਸ਼ਰ ਦੇ ਘਰ ਜਾਣਾ ਪਿਆ ਹੈ। ਇਹਦਾ ਭਾਵ ਇਹ ਵੇ ਕਿ ਜਿਹੜੀ ਜੀਵ ਇਸਤਰੀ, ਇਹ ਆਤਮਾ ਅਸੀਂ ਇੱਥੇ ਕਾਰਜ ਕਰ ਰਹੇ ਹਾਂ, ਰੱਬ ਦੇ ਸ਼ੁਭ ਗੁਣਾਂ ਨੂੰ ਅਸੀਂ ਧਾਰਨ ਕਰ ਲਾਂਗੇ ਤੇ ਪ੍ਰਭੂ ਪਰਮੇਸ਼ਰ ਦੇ ਘਰ ਅਸੀਂ ਸ਼ੋਭਾ ਪਾਵਾਂਗੇ। ਆਪਣੀਆਂ ਮਾੜੀਆਂ ਆਦਤਾਂ ਛੱਡ ਕੇ ਚੰਗੀਆਂ ਆਤਮਾ ਵਿੱਚ ਅਸੀਂ ਪ੍ਰਵੇਸ਼ ਕਰਾਂਗੇ। ਤਾਂ ਮਹਾਰਾਜ ਕਹਿੰਦੇ ਨੇ, ਫਿਰ ਉਹਦੇ ਨਾਲ ਕੀ ਹੋਇਆ? ਫਿਰ ਜਦੋਂ ਅਸੀਂ ਰੱਬ ਦੇ ਇਸ ਲਾਭ ਨੂੰ ਅਸੀਂ ਪੜ੍ਹਿਆ ਤੇ ਫਿਰ ਕੀ ਹੋਇਆ? ਸਾਡੇ ਅੰਦਰ ਉਹ ਪਿਆਰ ਆ ਗਿਆ
ਤੇ ਧਰਮ ਨਾਮ ਜਿਹੜਾ ਧਰਮ ਸੀ, ਫਰਜ਼ ਸੀ, ਸਾਨੂੰ ਸਮਝ ਆ ਗਈ ਕਿ ਮੈਂ ਹੁਣ ਪਤੀ ਪਰਮੇਸ਼ਰ ਦੇ ਘਰ ਗਈ ਹਾਂ, ਮੇਰਾ ਫਰਜ਼ ਬਣਦਾ ਹੈ ਕਿ ਇੱਥੇ ਉਸ ਨਿਯਮ, ਉਸ ਅਨੁਸ਼ਾਸਨ ਨਾਲ ਮੈਂ ਚੱਲਾਂ। ਤੇ ਕੀ ਹੋਇਆ, ਉਸ ਜਦੋਂ ਐਵੇਂ ਚੱਲਣ ਲੱਗੀ, ਧਰਮ ਨੂੰ ਦ੍ਰਿੜ ਕਰ ਲਿਆ, ਪਾਪ ਉਹਦੇ ਸਾਰੇ ਖਤਮ ਹੋ ਗਏ। ਤੇ ਫਿਰ ਕੀ ਹੋਇਆ, ਫਿਰ ਉਹਨੇ ਨਾਮ ਨੂੰ ਦ੍ਰਿੜ ਕਰ ਲਿਆ। ਜਦੋਂ ਪਾਪ ਜਾਂਦੇ ਨੇ ਫਿਰ ਬੰਦਾ ਨਾਮ ਨੂੰ ਦ੍ਰਿੜ ਕਰ ਦਿੰਦਾ, ਫਿਰ ਉਹਦੇ ਅੰਦਰ ਸਹਿਜ ਆ ਜਾਂਦਾ ਹੈ। ਤਾਂ ਗੁਰੂ ਪਾਦ ਕਹਿੰਦੇ ਨੇ ਇਸ ਤਰ੍ਹਾਂ ਪਹਿਲੀ ਲਾਭ ਆਰੰਭ ਹੋਈ ਹੈ। ਹੁਣ ਅੱਜ ਦੂਜੀ ਲਾਭ ਆਰੰਭ ਹੋ ਰਹੀ ਹੈ। ਆਓ ਰਸਨਾ ਨੂੰ ਪਵਿੱਤਰ ਕਰੋ। ਇੱਕ ਵਾਰੀ ਸਾਰੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਜੇ ਕੋਈ ਰਹਿ ਵੀ ਗਿਆ ਹੈ ਉਹ ਆਪਣੇ ਮੁਖ ਤੋਂ ਫੇਰ ਉਚਾਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਪਾਤਸ਼ਾਹ ਸੂਈ ਰਾਗ ਵਿੱਚ ਕੀ ਕਹਿ ਰਹੇ ਨੇ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ ਨੇ, ਉਸ ਰਾਮ ਨੂੰ ਮੈਂ ਉਹਦੇ ਤੋਂ ਬਲਿਹਾਰ ਜਾਨਾ, ਬਲਰਾਮ ਜੀਓ। ਮੈਂ ਉਸ ਵਾਹਿਗੁਰੂ ਰਾਮ, ਉਹ ਨਹੀਂ ਦਸ਼ਰਥ ਦੇ ਬੇਟੇ ਦੀ ਗੱਲ ਨਹੀਂ ਹੋ ਰਹੀ, ਇਹ ਉਹ ਰਾਮ ਦੀ ਗੱਲ ਹੋ ਰਹੀ ਹੈ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਰਾਮਈਆ ਹਉ ਬਾਰਕ ਤੇਰਾ, ਜਾਂ ਕਹਿੰਦੀਆਂ ਰਮਈਆ ਕੇ ਗੁਣ ਚੇਤ ਪ੍ਰਾਣੀ। ਫਿਰ ਇਹਦਾ ਭਾਵ ਇਹੀ ਹੈ ਕਿ ਉਸ ਰਾਮ ਵਾਹਿਗੁਰੂ ਦੀ ਉਹਦਾ ਨਾਮ ਹੈ, ਉਹਨੂੰ ਸੰਬੋਧਿਤ ਕਰਕੇ, ਕੀਰਤਨ ਨਾਮ ਨੇ, ਉਹਨੂੰ ਸੰਬੋਧਿਤ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਬਲਰਾਮ ਜੀਓ। ਮੈਂ ਵਾਹਿਗੁਰੂ, ਮੈਂ ਦੂਜੀ ਲਾਭ ਲੈਣ ਲੱਗਾ ਵਾਂ, ਮੈਂ ਤੇਰੇ ਤੋਂ ਬਲਿਹਾਰ ਜਾਨਾ ਵਾਂ ਰਾਮ ਜੀ। ਕਿਉਂ? ਕਿਉਂਕਿ ਹੁਣ ਕੀ ਹੋਇਆ ਹੈ, ਹਰ ਦੂਜੜੀ ਲਾਭ, ਮੇਰੇ ਵਾਸਤੇ ਦੂਜੀ ਲਾਭ ਆਰੰਭ ਹੋਈ ਹੈ। ਸਤਿਗੁਰ ਪੁਰਖ ਮਿਲਾਇਆ, ਰੱਬ ਨੇ ਮੇਰੇ ਤੇ ਬੜਾ ਵੱਡਾ ਇੱਕ ਤਰਸ ਕੀਤਾ ਹੈ। ਕੀ ਕੀਤਾ ਹੈ? ਰੱਬ ਨੇ ਮੈਨੂੰ ਪੂਰੇ ਸਤਿਗੁਰੂ ਨਾਲ ਮੇਰਾ ਮੇਲ ਕਿਲਾ ਦਿੱਤਾ ਹੈ। ਇਹ ਕੱਲ੍ਹ ਵੀ ਕਿੱਥੇ ਵਿਚਾਰ ਹੋ ਰਹੀ ਸੀ ਤੇ ਮੈਂ ਹੀ ਗੱਲ ਕਰ ਰਿਹਾ ਸੀ। ਮੈਂ ਕਿਹਾ ਦੋ ਸਿੱਖ ਨੂੰ ਕਾਰਜ ਰੋਜ਼ ਉੱਠ ਕੇ ਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਹੈ। ਇੱਕ ਜਦ ਆਪਣੇ ਪ੍ਰਾਣਾਂ ਵੱਲ ਵੇਖੇ, ਪ੍ਰਾਣ ਚੱਲ ਰਹੇ ਨੇ, ਇਹ ਉਹਦੀ ਬਖਸ਼ਿਸ਼ ਹੈ। ਦੂਜਾ, ਤੁਸੀਂ ਗੁਰੂ ਨਾਨਕ ਦੇ ਘਰ ਜਨਮ ਲਿਆ ਹੈ, ਤੁਹਾਨੂੰ ਪੂਰਾ ਗੁਰੂ ਪ੍ਰਾਪਤ ਹੋਇਆ ਹੈ। ਪੂਰਾ ਗੁਰੂ ਤੋਂ ਭਾਵ ਅਸੀਂ ਗੁਰੂ ਦੀ ਬਾਣੀ, ਗੁਰੂ ਦੀ ਜੋ ਪ੍ਰਿੰਸੀਪਲ ਹੈ ਉਹਨੂੰ ਅਡਾਪਟ ਕੀਤੇ ਨੇ, ਗੁਰੂ ਵਾਲੇ ਬਣ ਗਏ ਆ, ਇਸ ਤਰ੍ਹਾਂ ਕਹਿ ਲਓ। ਦੇਖੋ, ਰੱਬ ਦੇ ਘਰ ਪਹੁੰਚਣ ਦੇ ਐਵੇਂ ਰਸਤੇ ਨੇ, ਗੁਰੂ ਤੋਂ ਬਿਨਾਂ ਅਸੀਂ ਰੱਬ ਦੇ ਘਰ ਨਹੀਂ ਪਹੁੰਚਿਆ ਜਾ ਸਕਦਾ। ਮਤ ਕੋ ਭਰਮ ਭੂਲੇ ਸੰਸਾਰ, ਗੁਰ ਬਿਨ ਕੋਏ ਨਾ ਉਤਰਸ ਪਾਰ। ਜਿੰਨੀ ਮਰਜ਼ੀ ਭਗਤੀ ਕਰੋ, ਮੁਬਾਰਕ ਹੈ, ਪਰ ਗੁਰੂ ਵਾਲੇ ਨਹੀਂ ਹੋ, ਸਭ ਵਿਅਰਥ ਚਲੀ ਜਾਣੀ। ਬਾਣੀ ਕਹਿ ਰਹੀ ਹੈ, ਮੇਰੇ ਤੇ ਗੁੱਸਾ ਨਹੀਂ। ਕਿਉਂ? ਮਹਾਰਾਜ ਕਹਿੰਦੇ ਨੇ, ਦੇਖੋ ਰੱਬ ਤਰਸ ਦੇ ਘਰ ਵਿੱਚ ਆਉਂਦਾ ਨਾ, ਉਹ ਕਰੁਣਾ ਨਹੀਂ ਦੇ। ਉਹ ਕਰੁਣਾ ਮੀਨਸ ਤਰਸ, ਤਰਸ ਦਾ ਖਜ਼ਾਨਾ ਉਹਦੇ ਕੋਲ। ਜਦੋਂ ਵੀ ਉਹ ਖੁਸ਼ ਹੁੰਦਾ ਹੈ, ਤਰਸ ਵਿੱਚ ਆਉਂਦਾ ਹੈ, ਮਿਹਰ ਵਿੱਚ ਆਉਂਦਾ ਹੈ, ਦਇਆ ਵਿੱਚ ਆਉਂਦਾ ਹੈ, ਉਹ ਕੀ ਕਰਦਾ ਹੈ? ਸਾਨੂੰ ਗੁਰੂ ਨਾਲ ਮਿਲਾ ਦਿੰਦਾ ਹੈ। ਇਹ ਇੱਕ ਮਤਲਬ ਇਸ ਤਰ੍ਹਾਂ ਦਾ ਚੱਕਰ ਹੈ ਪਰਮਾਤਮਾ ਦੇ ਘਰ ਪਹੁੰਚਣ ਵਾਸਤੇ। ਤੁਸੀਂ ਡਾਇਰੈਕਟ ਨਹੀਂ ਪਹੁੰਚ ਸਕਦੇ। ਕਰਦਾ ਕਿ ਇਹ ਪਰਮਾਤਮਾ ਪਹਿਲਾਂ ਤੁਹਾਨੂੰ ਸੱਚੇ ਪੂਰੇ ਗੁਰੂ ਨਾਲ ਮਿਲਾਏਗਾ। ਫਿਰ ਗੁਰੂ ਨਾਲ ਜਦੋਂ ਤੁਹਾਡੀ ਭੇਟ ਹੋਏਗੀ, ਗੁਰ ਪੂਰਾ ਭੇਟਿਓ ਵੱਡ ਭਾਗੀ, ਪੂਰੇ ਗੁਰੂ ਨਾਲ ਮਿਲਾਪ ਹੋਇਆ। ਗੁਰੂ ਕੀ, ਪਰਮਾਤਮਾ ਕੀ ਕਰਦਾ? ਸਾਨੂੰ ਗੁਰੂ ਨਾਲ ਮਿਲਾ ਦਿੰਦਾ। ਬਈ ਇਹ ਗੁਰੂ ਜੇ, ਮੇਰੇ ਕੋਲ ਜਿੰਨੇ ਆਉਣਾ ਹੈ, ਤੁਸੀਂ ਇਸ ਗੁਰੂ ਦਾ ਪੱਲਾ ਫੜ ਲਓ। ਗੁਰੂ ਮੀਨਸ ਸੰਗਤ ਦਾ, ਸਾਧ ਸੰਗਤ। ਕਹਿੰਦੇ ਹਨ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹੀ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਓ। ਉਹਦਾ ਪੱਲਾ ਫੜ ਲਓ। ਬਿਖਮ ਨਦੀ ਜਾਏ ਤਰਨੀ, ਬਿਖਮ ਬੜੀ ਔਖੀ ਜਿਹੜੀ ਇਹ ਭਵਸਾਗਰ ਦੀ ਨਦੀ ਹੈ, ਪਾਰ ਕਰ ਜਾਓਗੇ। ਪਰ ਕਦੋਂ? ਜਦੋਂ ਆਪਣਾ ਪੱਲਾ ਗੁਰੂ ਨੂੰ, ਸੰਗਤ ਨੂੰ ਫੜਾਇਆ ਹੋਏਗਾ। ਜੇ ਪਟਾ ਪਾਇਆ ਹੋਏਗਾ, ਪੰਜ ਕਕਾਰੀ ਹੋਵਾਂਗੇ। ਰੱਬ ਦਾ ਕੰਮ ਹੈ, ਉਹਨੇ ਗੁਰੂ ਨਾਲ ਸਾਨੂੰ ਮਿਲਾ ਦੇਣਾ ਹੈ। ਇਹ ਸਾਡੇ ਵੱਡੇ ਭਾਗ ਨੇ ਕਿ ਗੁਰੂ ਨਾਨਕ ਪਾਤਸ਼ਾਹ ਵਾਲਾ ਸਾਨੂੰ ਬੈਸਟ ਟੀਚਰ ਸਾਨੂੰ ਮਿਲਿਆ ਹੈ, ਜੋ ਸਾਨੂੰ ਇੱਕ ਸਹੀ ਦਿਸ਼ਾ, ਸਹੀ ਰਾਹ ਵੱਲ ਲੈ ਕੇ ਜਾਂਦਾ ਹੈ। ਕੋਈ ਰਸਤੇ 'ਚ ਗੁੰਝਲ ਨਹੀਂ,
कोई भुखे नहीं रहना, कोई नंगे नहीं रहना, कोई घर बार नहीं छड्डना। महाराज ने ऐसे गुरु नाल सानू भेंट करती। तां ही मैं कहना सवेरे उठ के 2 शुकराने जरूर कर लिया करो। एक जदों अपने प्राणां नू वेखो, हिरदे दी हार्ट दी जो हार्ट बीट चल रही है, तो उठ के शुक्र करया करो, गुरु महाराज ये मेरे अंदर जो प्राण चल रहे हैं, गोबिंदा मेरे गोबिंदा, प्राण आधारा मेरे गोबिंदा। वाह कितनी प्यारियां पंक्तियां ने। गुरु साहब कहते हैं मैं गोबिंदा मेरे गोबिंदा, प्राण आधारा मेरे गोबिंदा। प्राणा दा आसरा कौन है? ये कौन चला रहा है? हार्ट बीट कौन चला रहा है? जिस तरह घड़ी नहीं होंगी, घड़ी वाच वेखो तुसी कदी खोलो, अंदर इंजन टिक टिक कर रही होंगी है, तो जदों उहदा सैल मुक जाता है वो बंद हो जाती है। साडे भी प्राणां दी पूंजी जदों खत्म होंदी है वो टिक टिक करके बंद हो जाती है। तो जदों इस घड़ी नूं वेखो हार्ट बीट दी, तो एक गल वारी कह दिया करो, गुरु तेरा शुक्र है अज दी सवेर तू मैनू बख्शी है। दूजा शुक्र करो जदों तुसी ककार पाते हो, गुरु की बाणी पढ़ते हो, क्या करो गुरु साहब मैनू तुसी गुरु वाला बना दिता है। तो परमात्मा खुश होके गुरु नाल भेंट करता है, तो गुरु का की कारज है? विचोला बन के फिर रब नाल मिला दिंदा है। आखो सतनाम श्री वाहिगुरू। जैसा सतगुर सुनीदा तैसों ही मैं डीठ, विछड़िया मेले प्रभु हर दरगाह का बसीठ। गुरु पूरे गुरु का की काम है? वो दरगाह का बसीठ है, वो वकील है, विचोला है। जिस तरह एक विचोला होंदा है ना, 2 रिश्तियां नूं जोड़न वाला, उन्होंने विचोला कहते हैं। बई फलाने का रिश्ता करना है, वो कहता विचोले कोल उहदे कोल चले जाओ। तो वह की करता है? वो फिर घर दसदा भी कुड़ी वाले ने मुंडे वाले ने इस तरह ने। पर विचोले का भी काम अच्छा होना चाहिए, उसका पार्ट अच्छा होना चाहिए। जे उन्होंने बच्चे की या बच्ची की कोई कमियां का पता है, वो जे लुकांदा है तो फिर वो भी देनदार हो जाता है। कई बारी बंदा किसी की धी भैन वास्ते विचोला बन के बड़ा ही माड़ा काम करता है, वो नहीं जी बड़ा अच्छा बंदा है वो है। तो असी की वेखने, असी शादी करने, सब तो पहला देखने कि विआह करना है, अच्छा वो बड़ी वड्डी कार है, उहदियां कोठियां ने, बड़ा सोना लत्ता पाया है, उहदे कोल बहुत कुछ है, तो कुड़ी असी विआह देने। इहो कुछ वेखने ना। गुरु साहब कहते हैं बाहरला रूप ना देख, अंदरों देख। ये तो बाद चों पता लगता है कि वो इतना शराबी गुआबी सी कि उन्हें आप भी ख़त्म कर लिया, तो परिवार का भी बेड़ा गर्क करता। तो कई बारी विचोले नूं गालां बड़ियां पैंदियां ने, क्योंकि विचोले का पार्ट अदा नहीं होता सही। तो कित्थे भी विचोलापन का तुहानूं कोई कारण बन जाए, कोई ऐसी सेवा मिल जाए, किसी धी भैन का रिश्ता कराना पै जाए, ये मैं गल्लां तां कर रहा, ये गृहस्थ जीवन दीयां गल्लां ने जो महाराज दूजी लॉ वास्ते कह रहे हैं कि अगर तुसी किसी धी भैन बारे पता है, वो अच्छी पढ़ी लिखी है, तुसी बाहर की सुंदरता ना वेखो। जदों एक बारी अष्टावक्र राजा जनक, जदों राजा जनक एक बारी सुता पिया सी, ते सुते सुते उन्हें सुपना आया। सुपने एक सिंघासन पिया होंदा ना, शब्द आंदा है, सुपने पिया भिखारी, सुपने पिया भिखारी। वो सुपने विच भिखारी बन जाता है। ते जदों उहदी जाग खुलदी है उस राजे दी, राजे जनक दी, ते की वेखदा है? हुण सोचदा है ये सच है कि वो सच है। उत्थे ते भिखारी बन जाता है और लोगों को मंगदा हुंदा है, पर कित्थे सांड 2 लड़ रहे होंदे ने, ते वो लड़दे लड़दे उहदे कोल आंदे ने, ते उहनूं धक्का मार दो, नींद खुल जाती है। उन नींद जदों खुलदी है तो वो राजा जनक सोचता है ये सच है कि वो सच है, मतलब ये जिहड़ी जिंदगी सच है कि सुपना सच है। वो बड़ी सभा बुलांदा है, बड़े वड्डे वड्डे ब्राह्मणां नूं, विचारवानां नूं बुलांदा है कि भाई मेरे सवाल का जवाब दो। मैं राती सपना वेख्या है, तो जदों मैं उठिया वो सच है कि सपना सच है, पर उसकी कोई तसल्ली ना करा पाया। बड़िया ने मतलब अपना जोर लाया, पर उन्हें क्या कोई होर भी है जिहड़ी मेरी इस गल दी सपने दी इस ये सच है कि वो सच है।
ਤੇ ਉਸ ਵੇਲੇ ਅਸ਼ਟਾਵਕਰ ਨਾਮ ਦਾ ਇੱਕ ਵਿਦਵਾਨ ਸੀ, ਉਹ ਭਰੀ ਸਭਾ ਵਿੱਚ ਬੁਲਾਇਆ ਗਿਆ ਤੇ ਉਹਦੇ ਨਾ 8 ਵੱਲ ਸੀ, ਵਿੰਗਾ ਸੀ, ਡਿੰਗਾ ਸੀ। ਜਿਸ ਤਰ੍ਹਾਂ ਸਾਡਾ ਕਿਸੇ ਦਾ ਵੀ ਰੱਬ ਨਾ ਕਰੇ ਇੱਕ ਵੱਲ ਹੁੰਦਾ ਨਾ, ਤਾਂ ਟੇਢਾ ਮੇਢਾ ਕਿਸੇ ਦੀ ਟੰਗਾਂ ਅਗਰ ਗੋਡੇ ਖਰਾਬ ਹੋ ਜਾਣ ਟਿੰਗਾ ਵੀ ਨਾ ਚੱਲਦਾ ਨਾ, ਉਹਦੇ 8 ਵੱਲ ਸੀ, ਸਰੀਰ ਦੇ ਵੀ ਟੇਢਾ ਮੇਢਾ ਸੀ, ਮਤਲਬ ਕਰੂਬ ਸੀ, ਇਸ ਤਰ੍ਹਾਂ ਕਹਿ ਲਓ। ਜਿਉਂ ਹੀ ਉਹਨੇ ਐਂਟਰ ਕੀਤੀ ਤੇ ਸਾਰੀ ਸਭਾ ਨਾ ਹੱਸ ਪਈ। ਤੇ ਰਾਜੇ ਕੋਲ ਪਹੁੰਚ ਕੇ ਜਦ ਉਹਨੇ ਵੇਖਿਆ, ਮੈਨੂੰ ਵੇਖ ਕੇ ਸਾਰੇ ਹੱਸ ਪਏ ਨੇ, ਤੇ ਇੱਕ ਅਸ਼ਟਾਵਕਰ ਵੀ ਹੱਸ ਪਿਆ। ਰਾਜਾ ਕਹਿੰਦਾ ਹੈ ਉਹ ਤੇ ਹੱਸ ਰਹੇ ਨੇ, ਸਮਝ ਆ ਰਹੀ ਹੈ, ਪਰ ਅਸ਼ਟਾਵਕਰ ਜੀ ਤੁਸੀਂ ਕਿਉਂ ਹੱਸੇ ਹੋ? ਕਹਿੰਦੇ ਰਾਜਾ ਇਹ ਤੇਰੀ ਸਭਾ ਚਮਾਰਾਂ ਦੀ ਸਭਾ ਹੈ, ਤੇ ਜਿਨ੍ਹਾਂ ਬ੍ਰਾਹਮਣਾਂ ਨੂੰ ਚਮਾਰ ਕਹਿ ਦੋ, ਕਿਉਂਕਿ ਉਹ ਨੀਵੀਂ ਜਾਤ ਦਾ ਸੀ, ਤੇ ਬਾਹਮਣ ਆਪਣੇ ਆਪ ਨੂੰ ਉੱਚੇ ਸਮਝਦੇ, ਬ੍ਰਾਹਮਣਾਂ ਦੀ ਸਭਾ ਸੀ। ਹੁਣ ਬ੍ਰਾਹਮਣ ਦੀ ਸਭਾ ਦੇ ਵਿੱਚ ਕਿਸੇ ਨੂੰ ਚਮਾਰ ਕਹਿ ਦੇਣ ਤੇ ਉਹ ਵਾਕਈ ਉਹਨਾਂ ਨੇ ਆਪੇ ਤੋਂ ਬਾਹਰ ਹੋਣਾ ਹੈ। ਤੇ ਜਦੋਂ ਸੱਚ ਕਹੋ ਨਾ, ਗੁਰਬਾਣੀ ਦਾ ਸੱਚ, ਤੇ ਸੱਚ ਜਾਣਿਓ, ਜਿਹੜੇ ਝੂਠੇ ਕਵਚ ਪਾਏ ਬ੍ਰਾਹਮਣ ਗਿਆਨ ਲੋਕ, ਉਹਨਾਂ ਨੂੰ ਮਤਲਬ ਇਸ ਤਰ੍ਹਾਂ ਕਹਿ ਲਓ, ਉਹਨਾਂ ਦੇ ਹਿਰਦਿਆਂ ਦੇ ਅੰਦਰ ਜਲਨ ਹੁੰਦੀ ਹੈ, ਕਿਉਂਕਿ ਸੱਚ ਕੜਵਾ ਹੁੰਦਾ ਹੈ। ਤੇ ਉਹਨੇ ਕਿਹਾ ਰਾਜਨ ਇਹ ਸਭ ਚਮਾਰ ਨੇ। ਜਦੋਂ ਦੂਜੀ ਵਾਰੀ ਉਹਨੇ ਕਿਹਾ ਤੇ ਉਹਨੇ ਕਿਹਾ ਚਮਾਰ ਕਿਉਂ ਨੇ? ਕਹਿੰਦੇ ਨੇ ਇਹਨਾਂ ਨੇ ਮੇਰੀ ਚੰਮ ਦੇਖੀ ਹੈ, ਤਾਂ ਹੀ ਇਹ ਚਮਾਰ ਨੇ ਨਾ। ਬਈ ਚੰਮ ਵੇਖ ਕੇ ਤੁਸੀਂ ਚਮਾਰ ਕਹਿ ਦਿੱਤਾ ਹੈ ਨਾ। ਤੇ ਫਿਰ ਕਹਿੰਦੇ ਫਿਰ ਤੁਸੀਂ ਦੱਸੋ ਫਿਰ ਕਿਉਂ ਹੱਸੇ? ਕਹਿੰਦੇ ਨੇ ਮੈਂ ਹੱਸਿਆ ਇਸ ਕਰਕੇ ਹਾਂ ਕਿ ਇਹਨਾਂ ਨੇ ਮੇਰੀ ਬਾਹਰ ਦੀ ਚਮੜੀ ਦੇਖੀ ਹੈ, ਜਿਉਂ ਮੈਲੇ ਬਾਹਰੋਂ ਨਿਰਮਲ। ਇਹ ਅੰਦਰੋਂ ਮੈਲੇ ਨੇ, ਇਹਨੇ ਮੇਰੀ ਬਾਹਰ ਦੀ ਚਮੜੀ ਵੇਖ ਕੇ ਤੇ ਮੇਰੇ ਤੇ ਹੱਸੇ ਨੇ, ਮੈਂ ਇਹਨਾਂ ਦੀ ਅੰਦਰ ਦੀ ਚਮੜੀ ਵੇਖ ਕੇ ਹੱਸਿਆ ਵਾਂ। ਇਹਨਾਂ ਦੇ ਤੇ ਮੇਰੇ ਅੰਦਰ 8 ਵਿੰਗ ਨੇ, ਇਹਨਾਂ ਦੇ ਅੰਦਰ ਤੇ ਹਜ਼ਾਰਾਂ ਹੀ ਵਿੰਗ ਪਏ ਹੋਏ ਨੇ। ਇਹਨਾਂ ਨੂੰ ਉਹ ਗਿਆਨ ਥੋੜੀ ਹੈ ਜੋ ਮਹਾਰਾਜ ਨੇ ਮੈਨੂੰ ਬਖਸ਼ਿਆ ਹੋਇਆ ਹੈ। ਤਾਂ ਗੁਰੂ ਕੇ ਪਿਆਰਿਓ, ਜਿਹੜਾ ਵਿਚੋਲਾ ਹੁੰਦਾ ਹੈ ਨਾ, ਉਹ ਐਸੀ ਗੱਲ ਕਰਦਾ ਹੈ ਕਿ ਆਪਣੇ ਸਿਰ ਨਹੀਂ ਲੈਂਦਾ। ਉਹ ਕਹਿੰਦਾ ਜੀ ਇਹ ਜੀ ਸੱਚ ਹੈ। ਤੇ ਉਸ ਵੇਲੇ ਫਿਰ ਰਾਜੇ ਨੇ ਕਿਹਾ ਫਿਰ ਮੇਰੇ ਸਵਾਲ ਦਾ ਜਵਾਬ ਦੱਸ, ਜੇ ਵਿਦਵਾਨ ਹੈ, ਇਹ ਸੱਚ ਹੈ ਕਿ ਉਹ ਸੱਚ ਹੈ? ਤੇ ਉਹਨੇ ਕਿਹਾ ਰਾਜਨ ਇਹ ਵੀ ਸੱਚ ਹੈ ਤੇ ਉਹ ਵੀ ਸੱਚ ਹੈ। ਕਹਿੰਦਾ ਸਮਝਿਆ ਨਹੀਂ। ਕਹਿੰਦਾ ਜੀਵਨ ਵੀ ਇੱਕ ਸੁਪਨਾ ਹੀ ਹੈ, ਜੋ ਤੂੰ ਦੇਖਿਆ ਉਹ ਵੀ ਸੱਚ ਹੈ। ਇੱਥੇ ਵੀ ਸਾਡੇ ਹੱਥ ਪੱਲੇ ਕੁਛ ਨਹੀਂ ਆਣਾ। ਜੋ ਕੁਛ ਇਕੱਠਾ ਕੀਤਾ ਜੇ, ਜੋ ਕੁਛ ਕਰ ਰਹੇ ਆ, ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮੇ ਤਰਨੀ, ਇਹ ਵੀ ਝੂਠ ਹੀ। ਭਾਵ ਕਿ ਜੋ ਤੂੰ ਵੇਖਿਆ ਸੁਪਨਾ ਇਹ ਵੀ ਸੱਚ, ਤੇ ਜਿਹੜਾ ਤੂੰ ਜ਼ਿੰਦਗੀ ਦਾ ਬਤੀਤ ਕਰ ਰਹੇ ਆ ਉਹ ਵੀ ਸੱਚ ਹੀ, ਇਹ ਵੀ ਸੁਪਨਾ ਹੀ ਆ। ਤੋ ਅਸ਼ਟਾਵਕਰ ਨੇ ਉੱਥੇ ਸਮਝਾਇਆ। ਤੋ ਕਈ ਵਾਰੀ ਕੀ ਹੁੰਦਾ ਹੈ ਕਿ ਗੁਰੂ ਸਾਹਿਬ ਸਾਡੀਆਂ ਵਿਚੋਲੇ ਬਣ ਕੇ, ਕਿਉਂਕਿ ਗੁਰੂ ਨੇ ਪਰਮਾਤਮਾ ਨੇ ਡਿਊਟੀ ਲਗਾਈ, ਸਾਡੀ ਗੱਲ ਚੱਲੀ ਕਿ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ। ਪੁਰਖ ਹੁੰਦਾ ਜਿਹੜਾ ਸਭ ਦੇ ਵਿੱਚ ਰਮਿਆ ਹੋਇਆ। ਅਕਾਲ ਪੜ੍ਹ ਕੇ ਆਇਆ ਨਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਜਿਹੜਾ ਕ੍ਰੀਏਟਰ, ਉਹ ਐਸਾ ਕ੍ਰੀਏਟਰ ਜਿਹੜਾ ਸਭ ਦੇ ਵਿੱਚ ਮਿਲਿਆ ਹੋਇਆ। ਉਹ ਵਾਹਿਗੁਰੂ ਨੇ ਸਾਨੂੰ ਤਰਸ ਕਰਕੇ ਗੁਰੂ ਨਾਲ ਭੇਟ ਕਰਾ ਦਿੱਤੀ। ਜਦੋਂ ਗੁਰੂ ਨਾਲ ਭੇਟ ਹੋਈ ਤੇ ਗੁਰੂ ਨੇ ਵਿਚੋਲਾ ਬਣ ਕੇ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਾਉਣ ਦਾ ਯਤਨ। ਇਹ ਜਿਤਨੀ ਬਾਣੀ ਹੈ ਨਾ, ਇਹ ਵਿਚੋਲੇਪਣ ਦੀ ਨਿਸ਼ਾਨੀ ਹੈ ਕਿ ਗੁਰੂ ਸਾਹਿਬ ਸਾਨੂੰ ਪਰਮਾਤਮਾ ਦੇ ਨਾਲ ਮਿਲਾਉਣਾ ਚਾਹੁੰਦੇ ਨੇ। ਫਿਰ ਕੀ ਹੋਇਆ? ਦੂਜੀ ਲਾਭ ਗੁਰੂ ਰਾਮਦਾਸ ਜੀ ਕਹਿੰਦੇ ਨੇ, ਮੈਨੂੰ ਉਸ ਸਤਿਗੁਰ, ਪੂਰੇ ਸਤਿਗੁਰ ਨਾਲ ਮੇਰਾ ਮੇਲ ਹੋ ਗਿਆ। ਜਦੋਂ ਮੈਂ ਅੰਦਰੋਂ ਮਾੜੀਆਂ ਆਦਤਾਂ ਛੱਡੀਆਂ, ਜਦੋਂ ਮੈਂ ਸਹੁਰੇ ਘਰ ਗਈ ਤੇ ਮੇਰੀ ਉੱਥੇ ਵਾਹ ਤਾਂ ਹੋਈ ਕਿਉਂਕਿ ਮੈਨੂੰ ਪੂਰੇ ਸਤਿਗੁਰ ਨਾਲ ਮੇਲ ਹੋ ਗਿਆ। ਇਹ ਦੂਜੀ ਲਾਭ ਆਰੰਭ ਹੋ ਗਈ। ਨਿਰਭਉ ਭੈ ਮਨ ਹੋਏ ਮੈਲ ਗਵਾਇਆ। ਬਲਰਾਮ ਜੀਓ ਕਹਿੰਦੇ ਨੇ, ਮੈਂ ਉਸ ਵਾਹਿਗੁਰੂ ਤੋਂ ਬਲਰਾਮ, ਉਸ ਤੋਂ ਬਲਿਹਾਰ ਜਾਣਾ ਵਾਂ, ਜਿਹੜਾ ਵਾਹਿਗੁਰੂ
ਨਿਰਭਉ ਹੈ। ਤੇ ਉਹਨੇ ਉਸ ਵਾਹਿਗੁਰੂ ਨੇ ਕੀ ਕੀਤਾ, ਮੇਰੇ ਅੰਦਰੋਂ ਵੀ ਭੈ ਖਤਮ ਕਰ ਦਿੱਤਾ। ਮੇਰੇ ਅੰਦਰ ਬਹੁਤ ਭੈ ਰਹਿੰਦਾ ਸੀ, ਇਹ ਕੀ ਹੋਏਗਾ ਮੇਰੇ ਪਰਿਵਾਰ ਦਾ, ਮੇਰੀ ਕਿਤੇ ਮੌਤ ਹੀ ਨਾ ਹੋ ਜਾਏ, ਇਹ ਮੇਰਾ ਆਉਣ ਵਾਲਾ ਸਮਾਂ ਕਿਵੇਂ ਬੀਤੇਗਾ, ਮੇਰੇ ਬੱਚੇ ਕਹਿਣੇ ਵਿੱਚ ਨਹੀਂ ਨੇ। ਇਸ ਤਰ੍ਹਾਂ ਦੀਆਂ ਕਿੰਨੇ ਤਰ੍ਹਾਂ ਦੇ ਭੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਏ ਨੇ। ਗੱਡੀ ਚਲਾ ਰਹੇ ਹਾਂ, ਕਿੱਥੇ ਮੌਤ ਹੀ ਨਾ ਹੋ ਜਾਏ, ਕਿੱਥੇ ਮੇਰੇ ਪਰਿਵਾਰ ਦਾ ਕੋਈ ਜੀਅ ਨੂੰ ਕੋਈ ਨੁਕਸਾਨ ਨਾ ਹੋ ਜਾਏ। ਇਹੀ ਹੁੰਦੇ ਨਾ ਭੈ, ਛੋਟੇ ਛੋਟੇ ਸਾਨੂੰ ਡਰ ਸਾਡੇ ਮਨ ਦੇ ਵਿੱਚ ਬੈਠੇ ਹੋਏ ਨੇ। ਪਰ ਜਦੋਂ ਤੁਸੀਂ ਉਸ ਵਾਹਿਗੁਰੂ ਨਾਲ, ਗੁਰੂ ਦੇ ਨਾਲ ਜੁੜ ਜਾਓਗੇ, ਹੁਣ ਉਸ ਟਾਈਮ ਤੁਸੀਂ ਕੀ ਹੋਗੇ, ਨਿਰਭਉ ਹੋ ਜਾਓਗੇ, ਭਉ ਤੋਂ ਰਹਿਤ ਹੋ ਜਾਓਗੇ। ਕਿਉਂ? ਜਿਹਨੂੰ ਜਪੋਗੇ, ਉਹ ਕਹਿੰਦੇ ਨੇ ਜੈਸਾ ਸੇਵੈ ਤੈਸੋ ਹੋਏ। ਤੁਸੀਂ ਜੇ ਵਜੇ ਨੂੰ ਸੇਵੋਗੇ, ਜਿਹਦਾ ਸਿਮਰਨ ਕਰੋਗੇ, ਉਹ ਵਜੇ ਹੀ ਹੋ ਜਾਓਗੇ। ਹੁਣ ਜੇ ਅਸੀਂ ਕਿਸੇ ਪਖੰਡੀ ਦਾ ਅਸੀਂ ਸੰਗ ਕਰ ਲਿਆ, ਕਿਸੇ ਪਖੰਡੇ ਗੁਰੂ ਦਾ, ਕਿਸੇ ਦੰਮੀ ਗੁਰੂ ਦਾ, ਤੇ ਸਾਡਾ ਕਹਿੰਦੇ ਨਾ ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ। ਜਿਹਦਾ ਗੁਰੂ ਹੀ ਅੰਨਾ ਹੋਏਗਾ ਤੇ ਉਹਦੇ ਜਿਹੜੇ ਚੇਲੇ ਚਪਾਟ ਹੋਣਗੇ, ਉਹ ਵੀ ਅੰਧੇ ਹੀ ਕਰਮ ਕਰਨਗੇ। ਤੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਨਿਰਭਉ ਗੁਰੂ ਦੀ, ਪਰਮਾਤਮਾ ਦੀ ਸੰਗਤ ਕਰ ਲਈਏ। ਤੇ ਜਦੋਂ ਉਹਦੀ ਸੰਗਤ ਕਰ ਲਈ ਤੇ ਤੇਰੇ ਅੰਦਰੋਂ ਸਾਰੇ ਭਰਮ, ਵਹਿਮ, ਡਰ, ਹਰ ਵੇਲੇ ਡਰ ਸਤਾਉਂਦਾ ਰਹਿੰਦਾ ਸੀ। ਪਤਾ ਨਹੀਂ ਕੀ ਹੋ ਜਾਏਗਾ ਦੁਨੀਆ ਵਿੱਚ, ਕੀ ਹੋ ਜਾਏਗਾ, ਇਹੋ ਡਰ ਹੁੰਦਾ ਨਾ। ਮਸਕੀਨ ਸਾਹਿਬ ਬੜਾ ਸੁੰਦਰ ਕਹਿੰਦੇ ਸਨ, ਕਹਿੰਦੇ ਬੰਦਾ ਜਿਹੜਾ ਜੀਂਦਾ ਹੈ ਨਾ, ਜਾਂ ਤੇ ਪਾਸਟ ਦੀਆਂ ਗੱਲਾਂ ਤੋਂ, ਪਿੱਛੇ ਕੀ ਹੋਇਆ ਹੈ, ਪਰਿਵਾਰ ਨੇ ਇਹ ਕਹਿਤਾ, ਉਹਨੇ ਇਹ ਕਹਿਤਾ, ਇਹ ਮੇਰੇ ਨਾਲ ਬੀਤਿਆ, ਜਾਂ ਆਉਣ ਵਾਲੇ ਫਿਊਚਰ ਦੀ ਚਿੰਤਾ ਵਿੱਚ, ਪ੍ਰੈਜੈਂਟ ਵਿੱਚ, ਵਰਤਮਾਨ ਵਿੱਚ ਜੀਣਾ ਕੋਈ ਵੀ ਨਹੀਂ। ਉਹ ਕਹਿੰਦਾ ਜਿਹੜੀ ਜ਼ਿੰਦਗੀ ਹੈ, ਗੁਰੂ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਪ੍ਰੈਜੈਂਟ ਜੀਣਾ ਸਿਖਾਉਣਾ ਚਾਹੁੰਦਾ। ਤੂੰ ਪ੍ਰੈਜੈਂਟ ਜੀ, ਜਿਹੜਾ ਤੈਨੂੰ ਇਸ ਟਾਈਮ ਤੂੰ ਪ੍ਰੈਜੈਂਟ ਵਰਤ ਰਿਹਾ ਨਾ ਸੰਸਾਰ ਦੇ ਵਿੱਚ, ਤੈਨੂੰ ਉਹ ਜੀਣਾ ਮੈਂ ਸਿਖਾਉਣਾ ਚਾਹੁੰਦਾ। ਤੂੰ ਇਸ ਤਰ੍ਹਾਂ ਦਾ ਜੀਣਾ ਨਹੀਂ, ਜੋ ਬੀਤੀ ਸੋ ਬੀਤੀ, ਜੋ ਪਿੱਛੇ ਬੀਤ ਗਈ ਬੀਤ ਗਈ, ਆਗੇ ਸਮਝ ਵੇ ਨੰਦ ਲਾਲਾ। ਕਹਿੰਦੇ ਜੋ ਪਿੱਛੇ ਬੀਤ ਗਈ, ਤੂੰ ਹੁਣ ਸੋਚ ਕੀ ਹੋਣਾ ਹੈ, ਹੁਣ ਸੋਚ। ਹੁਣ ਜ਼ਿੰਦਗੀ ਦੇ ਅੰਦਰ ਜਿੰਨਾ ਵਾਹਿਗੁਰੂ ਦਾ ਨਾਮ ਜਪ, ਆਉਣ ਵਾਲੇ ਫਿਊਚਰ ਦੀ ਚਿੰਤਾ ਨਾ ਕਰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੇਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ। ਉਹ ਤੇ ਹੁਣ ਦੱਸੋ, ਜਲ ਦੇ ਵਿੱਚ ਕਿਹੜਾ ਕੋਈ ਵਪਾਰ ਹੋ ਰਿਹਾ ਹੈ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ। ਉੱਥੇ ਕਿਹੜੇ ਕੋਈ ਵਪਾਰ ਚੱਲਦਾ ਪਿਆ ਕਿ ਕੋਈ ਕਿਸੇ ਨੂੰ ਲੈ ਦੇ ਰਿਹਾ ਸੌਦਾ ਆਪਸ ਵਿੱਚ। ਪਰ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਅੰਦਰ ਉੱਥੇ ਵੀ ਉਹਨੇ ਰੋਜੀ ਰੋਟੀ ਦੇ ਦਿੱਤੀ। ਕਾਹਿਰੇ ਮਨਚਿਤ ਵੈ ਉਦਮ ਜਾ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੇ ਜੰਤ ਉਪਾਏ ਤਾਂ ਕਾਰੀ ਜਗਾ ਕੇ। ਇੰਨੀ ਮਾਇਆ ਹੁੰਦਿਆਂ ਵੀ ਮੈਂ ਤੇ ਹੈਰਾਨ ਹੁੰਦਾ ਵਾਂ, ਕਈਆਂ ਕੋਲ ਇੰਨੀ ਵੇ ਉਹਦੀ ਗਿਣਤੀ ਨਹੀਂ, ਅਰਬਾਂ ਖਰਬ ਹੋ ਚੁੱਕੇ ਨੇ, ਇੰਨਾ ਪੈਸਾ ਹੋ ਚੁੱਕਿਆ ਕਿ 10-10, 15-15 ਪੁਸਤਾਂ ਖਾਸ, ਫਿਰ ਵੀ ਉਹ ਦੁਖੀ ਨੇ। ਕਿਉਂ? ਕਿਉਂਕਿ ਅੰਦਰ ਚਿੰਤਾ ਸਤਾ ਰਹੀ ਹੈ। ਜਿਸ ਗ੍ਰਹਿ ਥੋੜੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਬਹੁਤ ਸੋ ਫਿਰੇ ਪਰਮੰਤਾ। ਹਰ ਬੰਦਾ ਦੁਖੀ ਜੇ। ਤਾਂ ਮਹਾਰਾਜ ਕਹਿੰਦੇ ਨੇ ਤੂੰ ਪ੍ਰੈਜੈਂਟ ਵਿੱਚ ਜੀਣਾ ਸਿੱਖ। ਤੈਨੂੰ ਕਿੰਨੇ ਤਰ੍ਹਾਂ ਦੇ ਡਰ ਤੈਨੂੰ ਖਾ ਰਹੇ ਨੇ। ਤੂੰ ਜੇ ਨਿਰਭਉ ਦੇ ਨਾਲ ਲੱਗ ਗਿਆ, ਤੇਰੇ ਡਰ ਆਪੇ ਹੀ ਮੁੱਕ ਜਾਣਗੇ। ਨਿਰਭਉ ਭੈ ਮਨ ਹੋਏ। ਜਦੋਂ ਨਿਰਭਉ ਤੇ ਰੁਕ ਕੇ ਨਿਰਭਉ ਭੈ ਮਨ ਹੋਏ, ਹੁਣ ਉਹ ਵਾਲਾ ਮਨ ਜਿਹੜਾ ਡਰਦਾ ਸੀ ਉਹ ਨਿਰਭਉ ਹੋ ਗਿਆ, ਕਿਉਂਕਿ ਨਿਰਭਉ ਨਾਲ ਲੱਗ ਗਏ। ਜਦੋਂ ਤੁਸੀਂ ਪਿਤਾ ਤੁਹਾਡਾ ਸ਼ਾਹੂ ਹੋਏਗਾ ਤੇ ਫਿਰ ਤੁਹਾਡੇ ਕੋਲ ਕੁਝ ਹੋਵੇ ਨਾ ਹੋਵੇ, ਪਰ ਤੁਸੀਂ ਤੇ ਸ਼ਾਹੂਕਾਰ ਆਪੇ ਹੀ ਹੋਗੇ, ਕਿਉਂਕਿ ਮੇਰੇ ਪਿਓ ਦਾ ਸਭ ਕੁਝ ਮੇਰਾ ਹੀ ਤੇ ਹੈ। ਤਾਂ ਮਹਾਰਾਜ ਕਹਿੰਦੇ ਨੇ ਉਹਦੇ ਨਾਲ ਕੀ ਹੋਇਆ? ਹਉਮੈ ਮੈਲ ਗਵਾਇਆ। ਇੱਕ ਜਿਹੜੀ ਮੇਰੀ ਹਉਮੈ ਦੀ ਮੈਲ ਸੀ, ਪਰਤ ਚੜੀ ਸੀ ਨਾ, ਦਿਨ ਰਾਤ ਮੈਂ ਹੀ ਕਰਦਾ ਸੀ। ਹਉ ਮੈਂ, ਇਹਨੂੰ ਸੰਧੀ ਵਿਛੇਦ ਕਰੋ ਤੇ ਮੈਂ ਹੀ ਹੈ। ਹਉ ਮੈਂ,
ਮਹਾਰਾਜ ਕਹਿੰਦੇ ਨੇ ਹਉਮੈ ਮੈਲ ਗਵਾਇਆ। ਇਹ ਹਉਮੈ ਦੀ ਜਿਹੜਾ ਰੋਗ ਸੀ ਨਾ, ਹਉਮੈ ਦੀਰਘ ਰੋਗ ਹੈ। ਇਹ ਬੜਾ ਪੁਰਾਣਾ, ਸਦੀਆਂ ਤੋਂ ਬੜਾ ਹੀ ਰੋਗ ਹੀ ਐਸਾ ਹੈ। दारू पी समाहे किरपा करे जे अपनी तां गुर का शब्द कमाए। हों दे करके, मैं दे करके असी संसार विच मरदे पे हाँ। हों दे घर विच आने पे हाँ। हों विच आया, हों विच गया, हों विच मूआ, हों विच जम्मिया, हों विच मूआ। हों विच ही बंदा हों हों करदे करदे ही संसार विच आंदा है, हों हों करदा ही चले जांदा है। कहने जदों मैनूं पूरे गुरु दी मैं शरण विच आया, मेरे भै खत्म हो गए। अंदरों जिहड़ी मैं सी, ये कारज मैं कीता है, ये काम मैं कीता है, ये घर मैं बनाया है, ये मैं ना हुंदा ते ये कारज नहीं होना सी। कई गुरुद्वारियां दे प्रधान बन जांदे ने जी, मैं ना हुंदा ते बिल्डिंग ना बनदी। ते मैं कहना तुसीं एक बारी मर के ते वेखो, काम तद भी होने जे को बहुत करे अहंकार। गुरु ग्रंथ साहिब दे बोल, जे को बहुत करे अहंकार, खिन में रुलता खाकू नाल। इत्थे ते मिंट विच तुसी मिट्टी च असीं मिल सकने आ जे हों दी साडे अंदर बदबू है। क्योंकि जिथे हों है उत्थे रब नहीं है। होमे नावे नाल विरोध है, दोए ना वसे एक ठाएं। तो महाराज कहंदे ने जदों मैनूं गुरु दे नाल भेट होई, मेरे अंदरों भै सब मुक गए। क्योंकि निरभौ दे नाल मैं जुड़ गया ते होमे दी जिहड़ी मैल सी गवाया, खत्म हो गई। बलराम जीओ निर्मल भौ पाया। जदों मैं उस निर्मल भौ नूं, भौ किहड़ा देखो, माता पिता दा भी भौ हुंदा है, वो निर्मल भौ हुंदा है। एक हुंदा खाली भौ, एक हुंदा निर्मल भौ। हुण माता पिता ने कहना कुछ नहीं हुंदा, पर बच्चा जिहड़ा सियाणा हुंदा है ना, वो निर्मल भौ च रहिंदा। क्यों किवें? उहदी रिस्पैक्ट वाला भौ। हालांकि प्यो ने कोई डंडी नहीं मारनी, कोई चपेट नहीं मारनी, पर पुत्तर नूं पता है ये वड्डे ने, उहदे मान सत्कार आदर करके उहनूं खौफ हुंदा है, डर हुंदा है। इस तरह सानूं परमात्मा दा एक उहदे वड्डे, देखो हुण तुसीं वाहिगुरू वाहिगुरू को तां भी रब ने खुश होना है, नहीं कहोगे तां भी उन्हें उस स्टेज च रहना है। ये साडा फर्ज है कि असी अपनी मैल नूं दूर करन वास्ते, अपने डर नूं दूर करन वास्ते निरभौ नाल जुड़ना है। तो जदों असी डर मुक जाएगा, जदों मेरे अंदरों मैं निकल गई, देखो जदों मैं निकलदी है तो फिर किहदा जन्म हुंदा है? तूं दा। जब तक मैं सी, जब हम होते तब तू नहीं, अब तू ही मैं नहीं। जब तक मैं सी, रब मेरे अंदर नहीं आया। पर जदों मैं गुरु दे शब्द दा नाल आसरा लैके निरभौ नाल जुड़िया, सब तो पहला मेरी मैं निकल गई। जब मेरी मेरी करे तब काज एक नहीं सरै। जब मेरी मेरी मिट जाए तब प्रभ काज सवारे आए। साढ़े कारज क्यों नहीं सवरदे? क्योंकि ये मैं कीता है। जदों मैं निकलदी है, कहंदे ने हों मूआ खुदा हुआ। गुरु गोबिंद सिंह महाराज कहंदे ने भाई डल्ले नूं, कहंदे जदों मैं मुकदी है ना, उदों रब आ जाता है। रब क्यों नहीं आंदा? क्योंकि मैं है। तो इस मैं नूं गुरु दे चरनां विच रख दो, तो फिर जदों मैं निकलेगी, फिर उस टाइम असी किसी दी प्रशंसा कह लो, प्रेज, किसी नूं वडियाई क्यों नहीं करते असी? क्योंकि मेरे अंदर मैं है, उन्होंने सट वजदी है। पर जदों मैं निकल जल्दी है, फिर तू करता तू हुआ। असी वाहिगुरू नूं क्यों नहीं गुण गा रहे उहदे? क्योंकि मेरे अंदर मैं है, मेरी मैं उसके गुण नहीं गाउण दे रही। मेरा भरा बड़ी उच्ची स्टेज ते वे, पर मेरे अंदर मैं उहदे गुण नहीं गा रहा। क्यों? क्योंकि उहदे नाल मेरे अहंकार नूं सट वजदी है कि जे मैं उहदी वडियाई कीती ते मैं नीवां पै जांगा। पर जदों मैं निकल गई तो उदों फिर मैनूं सारे ही चंगे लगणगे। मैं सब दी वडियाई, को नानक सब तेरी वडियाई, कोई नाम ना जाने मेरा। तो उस वेले महाराज कहंदे ने, फिर वो की करदा है? निर्मल भौ पाया, हार गुण गाया। फिर वो गुण हरि दे गांदा है। देखो हरि दे गुण गाण दा स्वाद ही तां है जदों मैं निकलेगी।
नहीं तो मेरे वर्गा कोई कीर्तनीय नहीं है। कई ऐसे उम्र 50-50 साल निकल जाते हैं कि मेरे वर्गा कोई कीर्तनीय नहीं है, वो मैं ही उन्होंने अगे नहीं जान देती। पर प्राप्ति की हुई, ये कुछ नहीं होया। खड़ा कित्थे? गड्डी जैक ते खड़ी है। जैक समझते हो ना, कोई गड्डी जैक थले लग्या होवे ते गड्डी बंदा गड्डी जैक ते खड़ी होवे, जिन्ना मर्जी चलांदा रहे, पेट्रोल फूकदा रहे, सवेर तो शाम, अगला कहंदा सफ़र ते कुछ भी तय नहीं होया। वो कहंदा यार थलों गड्डी तो जैक ते हटा तां गड्डी चलेगी। ते भाई अंदर होमे दा जैक लग्या होवे ना, जिन्ना मर्जी कोई गावे, रागी नादी बेदी बो भांत कर, नहीं हार हर पीजे राम राजे। जिन्ना अंतर कपट विकार है, तिन्ना रोए क्या कीजे। जदों मैं विच गुण गाओगे तो परमात्मा तक नहीं पहुँचने। असी कई बार जथे विच जाने हाँ तो कोई भी कहता विच शब्द पढ़ना, मैं कहा पढ़ो जी, जरूर पढ़ो। खाली मैं ही पढ़ा, मैं ही गुण गावां? क्यों? संगत अज बच्चे नूं ही अगे करो, छोटे छोटे बच्चे होंदे ने, उन्हां नूं अगे करो, ਉਹਦੇ अंदर उत्साह आएगा। ये हुण तुहाडा ट्रैक चल रहा है, हर बंदा आवे अगे, अच्छी गल है, सब नूं चांस दो। ये ना होवे मैं ही करदे ना कुछ प्राप्त ही नहीं होना। तो गुरु साहब कहंदे ने जदों मैं निकलदी है तूं दा जन्म हुंदा है, फिर कहंदा है तू करदा है। तो महाराज कहंदे ने हर गुण गाया वेखे राम हदूर। जदों हुण ओहदियां अखां खुल गईयां, वो कहंदा यार मैं की हाँ, मैं तो एक मिट्टी दा पुत्तरा वां, मेरे अंदर तो कुछ है ही नहीं, ये तो मैं लाई हुई है। जदों मैं नूं चुक के उन्हें बाहर सुटिया, होंद निकली ते तू आ गया, तू फिर की करदा? फिर परमात्मा दे गुण गाउंदा है, फिर उन्होंने हर जगह परमात्मा ही नज़र आ रहा है। हुण वो पहला वखरा वखरा समझदा सी, ये मेरा भरा है, ये मेरी भैन है, ये मेरी घरवाली है, ये पड़ोसी है, ये हवा है, ये पानी है, ये चंद्रमा है। पर हुण उन्होंने सारी जगह ही रब नज़र आ रहा है। वो रब जदों चंद्रमा वाल वेखदा कहंदा रब तू इस रूप विच भी है। चंद्रमा वाल जदों सूरज वाल वेखदा सूरज तू इस रूप विच भी है। ये भी संसार तुम देखदे हर का रूप है। जदों अंदर मैं दा पढ़दा सी, सानू वखरे वखरे नज़र आते सी सारे। फलाना सिंह वखरा है, ये वखरा है, ये मेरा अच्छा मित्र है, ये मेरा माड़ा मित्र है। असी अपने मन विच ही असी लिस्टां बनाईयां होईयां ने, ये बंदे चंगे ने क्योंकि मेरी बड़ाई करते हैं, ये माड़े ने मेरे नाल सच बोलते हैं, ये मेरे मूँह ते कहते हैं। सच्चा मित्र तो उही है जिहड़ी उहदी खामियां नूं उहदे मूँह ते कवे कि भाई तेरी इत्थे गुरमत अनुसार गलती है। तो अगों मित्र उही चंगा हुंदा है, कहंदा है ये सच्चा मित्र है जिन्हें मेरी अंदर की कमी दसी है। बच्चिया मैं अज तो बाद ये कमी नूं मैं नहीं करांगा, ये नुटा दांगा मैं हुण तेरी गल नूं समझ गया वां। ते जदों उहनूं सारी जगह हुण रब नज़र आ रहा है। पहला वखरा सी, हर एक नूं वखरा समझदा सी। ते महाराज कहंदे ने हर आत्म राम पसारिया स्वामी सरब रिया भरपूरे। देखो उहदे अंदर उस राम दा पसारा, स्वामी वो मालक दा, उन्होंने समझ आ जाती कि परमात्मा सरब रिया भरपूरे, सारी जगह भरपूर है। फिर साडी भटकना मुक जाएगी। काहे रे बन खोजन जाई, सरब निवासी सदा अलेपा तो ही संग समाई। वो तो मेरे अंदर ही सी। जदों मेरे अंदरों मैं निकली तो रब अंदरों प्रगट हो गया। जो ब्रह्मंडे सो ही पिंडे, जो खोजे सो पावे। हुण मैनूं यह पता लग गया जिहड़ी मेरी भटकना सी मैं करके मैनूं कुछ नज़र नहीं आता। देखो तो असी चश्मा मैला पाया होए ना, गंदा उत्ते मिट्टी चढ़ी होए तो सानूं संसार मैला नज़र आएगा। यह भी मैला है, यह भी चोर है, यह भी भैड़ा है, यह भी गंदा है, यही होंदा ना। तो सियाणे ने कहा कोई गंदा नहीं आ। कहंदा की समझिया नहीं? कहंदा दोबारा क्या? कहंदा कोई संसार विच गंदा नहीं, बुरा भला को किस नूं कहिए, सगले जी तुम्हारे। और रब दे बंदे जी ने, कोई माड़ा नहीं। अच्छा की करना है? कहंदा जिहड़ा चश्मा पाई ना दा जरा साफ कर। उन्हें उत्तों डस्ट उतारी, मिट्टी उतारी तो चश्मा लाया तो उन्होंने सारे ही चंगे लगन लग पे। साडे अंदर भी मैं जद तक हैगी है, अंदर होमे दी मैल जमी है, सानू संसार मैला लगेगा। हुण उन्होंने हर जगह ते उस वाहिगुरु दा ही वाहिगुरु ही नज़र आता है। कोई स्कूटर स्टार्ट कीती है, उहदी आवाज़ विचों भी उन्होंने धुनी नज़र आ रही है। हर हट भी तू तू करे। वो जड़ियाँ
ਖੂਹ ਦੀਆਂ ਟਿੰਡਾਂ ਦੇ ਵਿੱਚੋਂ ਆਵਾਜ਼ ਆਉਂਦੀ, ਉਹਦੇ ਵਿੱਚੋਂ ਵੀ ਉਹ ਤੇ ਪੰਛੀ ਚਹਿਚਹਾਉਂਦੇ ਨੇ, ਉਹਨਾਂ ਵਿੱਚੋਂ ਵੀ ਉਹਨੂੰ ਸੁਰ ਦੇ ਵਿੱਚ ਉਹਦੀ ਆਵਾਜ਼ ਨਜ਼ਰ ਆਉਣ ਲੱਗ ਪਈ। ਕਿਉਂ? ਕਿਉਂਕਿ ਮੈਂ ਨਿਕਲੀ ਤੇ ਫਿਰ ਤੂੰ ਹੀ ਸੁਣਾਈ ਦਿੰਦਾ ਹੈ। ਫਿਰ ਤੇ ਉਹ ਕਹਿੰਦਾ, ਕੋਈ ਉਹਨੂੰ ਗਾਲ ਵੀ ਕੱਢਦਾ ਨਾ, ਉਹ ਸਮਝਦਾ ਰੱਬਾ ਹੁਣ ਨਾਮਦੇਵ ਜੀ ਕੁੱਤੇ ਵਿੱਚੋਂ ਵੀ ਰੱਬ ਲੱਭ ਲਿਆ। ਕਿਉਂ? ਕਿਉਂਕਿ ਉਹਨਾਂ ਨੇ ਸਰਬ ਰਿਆ ਭਰਪੂਰੇ, ਉਹਨਾਂ ਨੇ ਕਿਹਾ ਹਰ ਇੱਕ 'ਚ ਤੇ ਸਭ ਜੀ ਜਿੰਤਾਂ 'ਚ ਤੂੰ ਹੀ ਹੈ। ਤੇ ਸਾਨੂੰ ਤੇ ਆਪਣੇ ਮਾਪਿਓ ਵਿੱਚੋਂ ਹੀ ਨਹੀਂ ਰੱਬ ਲੱਭਿਆ, ਸਾਨੂੰ ਤੇ ਆਪਣੇ ਭਰਾ ਵਿੱਚੋਂ ਹੀ ਨਹੀਂ ਲੱਭਿਆ। ਕਿਉਂ? ਕਿਉਂਕਿ ਉਹਦੇ ਕੋਲ ਪੈਸਾ ਜ਼ਿਆਦਾ ਹੈ, ਅਸੀਂ ਈਰਖਾ ਕਰਦੇ ਰਹੇ। ਜਿਸ ਦਿਨ ਸਾਡੇ ਕੋਲ ਈਰਖਾ ਦਾ ਪਰਦਾ ਹਟੇਗਾ ਤੇ ਉਸ ਵੇਲੇ ਕੀ ਹੋਏਗਾ? ਉਸ ਵੇਲੇ ਤੁਹਾਡੇ ਅੰਦਰ ਸਮਦ੍ਰਿਸ਼ਟੀ ਦਾ ਪਰਦਾ ਖੁੱਲ ਜਾਏਗਾ। ਫਿਰ ਤੁਹਾਨੂੰ ਸਾਰੇ ਇੱਕੋ ਜਿਹੇ ਲੱਗਣਗੇ, ਨਾ ਕੋ ਬੈਰੀ ਨਹੀਂ ਬੇਗਾਨਾ। ਫਿਰ ਤੁਹਾਡੀ ਲਿਸਟ 'ਚ ਕੋਈ ਮਾੜਾ ਨਹੀਂ ਹੋਏਗਾ। ਤਾਂ ਮਹਾਰਾਜ ਕਹਿੰਦੇ ਨੇ ਅੰਤਰ ਬਾਹਰ ਹਰ ਪ੍ਰਭ ਏਕੋ, ਅੰਦਰ ਵੀ ਤੇ ਬਾਹਰ ਵੀ ਇੱਕੋ ਜਿਹਾ ਹੀ ਉਹਨੂੰ ਨਜ਼ਰ ਆਉਂਦਾ ਹੈ। ਕਿਉਂ? ਕਿਉਂਕਿ ਉਹਨੂੰ ਇੰਨਾ ਪਤਾ ਲੱਗ ਗਿਆ ਕਿ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ। ਹੁਣ ਉਹਨੂੰ ਅੰਦਰ ਬਾਹਰ ਇੱਕੋ ਜਿਹਾ ਨਜ਼ਰ ਆ ਰਿਹਾ। ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਹਰ ਅੰਮ੍ਰਿਤ ਘਟ ਮਾਹੀ ਜੀਓ। ਬਾਹਰ ਢੂੰਡਣ ਨਾਲ ਦੁੱਖ ਹੀ ਮਿਲਣਾ ਨਹੀਂ, ਰੱਬ ਤੇ ਤੇਰੇ ਅੰਦਰ ਹੀ ਹੈ। ਜਦੋਂ ਮੈਂ ਨਿਕਲੀ ਤੇ ਅੰਦਰ ਹੀ ਪ੍ਰਗਟ ਹੋ ਗਿਆ, ਮੈਨੂੰ ਉਸ ਪਰਮਾਤਮਾ ਦਾ ਪਤਾ ਲੱਗ ਗਿਆ। ਤੇ ਗੁਰੂ ਸਾਹਿਬ ਕਹਿੰਦੇ ਨੇ ਜਿਉਂ-ਜਿਉਂ ਅਸੀਂ ਰੱਬ ਦੇ ਗੁਣ ਗਾਏ ਤੇ ਹੋਇਆ ਕਿ ਸਾਡੇ ਅੰਦਰ ਉਹ ਅੰਦਰ ਦਾ ਰੱਬ ਪ੍ਰਗਟ ਹੋ ਗਿਆ। ਦੇਖੋ ਮੈਂ ਅਕਸਰ ਐਗਜ਼ਾਮਪਲ ਦਿੰਦਾ, ਕਿਸੇ ਨੇ ਸਮਰਸੀਬਲ ਲਗਾਉਣਾ ਹੋਵੇ, ਪਾਣੀ ਦੀ ਬੋਰਿੰਗ ਕਰਾਉਣੀ ਹੋਵੇ, ਤੇ ਉਹ ਬੋਰਿੰਗ ਕਰਨ ਵਾਲਾ ਆਉਂਦਾ 200 ਫੁੱਟ 300 ਫੁੱਟ ਜਿੰਨਾ ਪਾਣੀ ਹੈ ਜਿੱਥੇ ਉੱਥੇ ਦਾ ਬੋਰ ਕਰਦਾ ਹੈ। ਹੁਣ ਬੋਰਿੰਗ ਹੋ ਗਈ, ਫਿਰ ਉਹ ਘਰ ਦੇ ਨੂੰ ਕਹਿੰਦਾ ਹੈ ਇੱਕ ਨਾ ਮੱਗ ਜਾਂ ਇੱਕ ਬਾਲਟੀ ਪਾਣੀ ਦੀ ਲੈ ਕੇ ਆਓ। ਉਹ ਕਹਿੰਦੇ ਨੇ ਪਲੰਬਰ ਨੂੰ, ਕਹਿੰਦਾ ਪਲੰਬਰ ਨੂੰ, ਵੀ ਤੂੰ ਅਸੀਂ ਤੈਨੂੰ ਪਾਣੀ ਕੱਢਣ ਵਾਸਤੇ ਤੇ ਤੈਨੂੰ ਬੁਲਾਇਆ ਤੇ ਤੂੰ ਸਾਡੇ ਕੋਲੋਂ ਪਾਣੀ ਮੰਗਾ ਰਿਹਾ। ਉਹ ਕਹਿੰਦਾ ਜੀ ਜੇ ਅੰਦਰ ਦੇ ਪਾਣੀ ਨੂੰ ਕੱਢਣਾ ਹੈ ਨਾ ਤੇ ਬਾਹਰ ਸਾਨੂੰ ਪਾਣੀ ਪਾਣਾ ਪਏਗਾ। ਤੁਸੀਂ ਪੁਰਾਤਨ ਤੁਸੀਂ ਦੇਖੋ ਨਲਕੇ ਹੁੰਦੇ ਸਨ ਤੇ ਪਾਣੀ ਉਤਰ ਜਾਂਦਾ ਸੀ, ਤੇ ਸਿਆਣੇ ਕੀ ਕਰਦੇ ਸਨ, ਇੱਕ ਦੋ ਮੱਗਾ ਪਾਣੀ ਉੱਤੋਂ ਪਾਉਂਦੇ ਸਨ ਤੇ ਫਿਰ ਪੰਪ ਨੂੰ ਪੁਸ਼ ਕਰਦੇ ਸਨ ਤੇ ਫਿਰ ਕੀ ਹੁੰਦਾ ਸੀ, ਥੱਲੋਂ ਪਾਣੀ ਖਿੱਚ ਕੇ ਲੈ ਆਉਂਦਾ ਸੀ। ਹੁਣ ਕੋਈ ਕਹਿੰਦਾ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਸੁਣ ਲਓ ਵੀ, ਸਾਡੇ ਅੰਦਰ ਅੰਮ੍ਰਿਤ ਹੈ, ਘਰ ਹੀ ਮੇ ਅੰਮ੍ਰਿਤ ਭਰਪੂਰ ਹੈ। ਸਾਡੇ ਅੰਮ੍ਰਿਤ ਅੰਦਰ ਪਿਆ, ਉਹ ਕਹਿੰਦੇ ਸਾਡੇ ਅੰਦਰ ਹੀ ਅੰਮ੍ਰਿਤ ਹੈ। ਤੇ ਮਹਾਰਾਜ ਕਹਿੰਦੇ ਨੇ ਜੇ ਅੰਦਰ ਅੰਮ੍ਰਿਤ ਤੇ ਪ੍ਰਗਟ ਨਹੀਂ ਹੋ ਰਿਹਾ, ਮਨਮੁਖਾਂ ਸਾਧ ਨਾ ਪਾਇਆ, ਜੋ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਜਿਸ ਤਰ੍ਹਾਂ ਕਸਤੂਰੀ ਹੁੰਦੀ ਹੈ ਨਾ ਉਹਦੇ ਮਿਰਗ ਦੇ ਉਹਦੀ ਧੁੰਨੀ ਦੇ, ਤਾਂ ਸਾਰੀ ਉਮਰ ਘੁੰਮਦੀ ਰਹਿੰਦੀ ਹੈ, ਬਾਹਰ ਭੱਜਦੀ ਰਹਿੰਦੀ ਹੈ, ਸੁਗੰਧ ਨੂੰ ਲੱਭਦੀ ਰਹਿੰਦੀ ਹੈ, ਉਸ ਮਿਰਗ ਨੂੰ ਸੁਗੰਧੀ ਨਹੀਂ ਲੱਭਦੀ। ਕਿਉਂ? ਕਿਉਂਕਿ ਉਹਦੇ ਅੰਦਰ ਹੀ ਸੀ, ਉਹ ਭੁਲੇਖੇ ਵਿੱਚ ਜੀ ਰਹੀ ਸੀ, ਭਰਮ ਹੀ ਜੀ ਰਹੀ ਸੀ। ਤੇ ਕਈ ਇਹ ਸੋਚਦੇ ਨੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਅੰਮ੍ਰਿਤ ਸਾਡੇ ਅੰਦਰ ਹੀ ਹੈ। ਨਹੀਂ ਭਾਈ, ਉਸ ਅੰਮ੍ਰਿਤ ਨੂੰ ਪ੍ਰਗਟ ਕਰਨ ਵਾਸਤੇ ਬਾਹਰ ਦੇ ਅੰਮ੍ਰਿਤ ਨੂੰ ਤੁਹਾਨੂੰ ਪਾਣਾ ਪਏਗਾ। ਜੇ ਨਾਮ ਅੰਦਰ ਹੈ ਤੇ ਤੁਹਾਨੂੰ ਬਾਹਰੋਂ ਨਾਮ ਜਪ ਕੇ, ਜਿਸ ਤਰ੍ਹਾਂ ਉਸ ਪਾਣੀ ਨੇ ਉੱਤੋਂ ਦੀ ਇੱਕ ਬਾਲਟੀ ਪਾ ਕੇ ਤੇ ਥੱਲੋਂ ਜ਼ਮੀਨ ਵਿੱਚੋਂ ਪਾਣੀ ਕੱਢ ਲਿਆ ਤੇ ਉਹ ਪਾਣੀ ਸਦਾ ਮਿਲਦਾ ਰਿਹਾ, ਐਸੇ ਤਰ੍ਹਾਂ ਜੇ ਬਾਹਰ ਦੇ ਅੰਮ੍ਰਿਤ ਨੂੰ ਅਸੀਂ ਪੀਵਾਂਗੇ, ਪੰਜ ਪਿਆਰਿਆਂ ਪਾਸੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਛੱਟੇ ਅਸੀਂ ਮੂੰਹ ਤੇ ਮਰਵਾਵਾਂਗੇ, ਵਬੋਲ ਵਾਹਿਗੁਰੂ, ਪੰਜ ਅੱਖਾਂ ਵਿੱਚ, ਪੰਜ ਮੁਖ ਤੇ, ਪੰਜ ਸੀਸ ਤੇ ਫਿਰ ਪੰਜਾਂ ਪਾਸੋਂ ਅੰਮ੍ਰਿਤ ਲਵਾਂਗੇ ਬਾਹਰ ਦੇ ਅੰਮ੍ਰਿਤ ਤੋਂ, ਫਿਰ ਸਾਡਾ ਅੰਦਰ ਦਾ ਅੰਮ੍ਰਿਤ ਪ੍ਰਗਟ ਹੋਏਗਾ। ਤੇ ਗੁਰੂ ਮਹਾਰਾਜ ਕਹਿੰਦੇ ਨੇ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਫਿਰ ਉਹਨੂੰ ਹਰ ਜਗ੍ਹਾ, ਕਿਉਂਕਿ ਉਹਨੇ ਪ੍ਰਗਟ ਕਰ ਲਿਆ ਰੱਬ ਸਭ ਦੇ ਅੰਦਰ ਹੈ। ਅਸੀਂ ਕਿਉਂ ਗੁਰਦੁਆਰੇ ਜਾਂਦੇ ਹਾਂ? ਇਹ ਨਹੀਂ ਕਿ ਗੁਰਦੁਆਰੇ ਰੱਬ ਹੈ, ਰੱਬ ਤੇ ਸਾਰੀ ਜਗ੍ਹਾ ਹੈ, ਰੱਬ ਤੇ ਸਾਡੇ ਅੰਦਰ ਹੀ ਹੈ। ਮਹਾਰਾਜ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਕਿਉਂ ਜੰਗਲਾਂ 'ਚ ਜਾ ਰਹੇ ਹਾਂ? ਅਸੀਂ ਗੁਰਦੁਆਰੇ ਇਸ ਕਰਕੇ ਜਾਣਾ ਹੈ, ਜਿਹੜੇ ਸਾਡੇ ਅੰਦਰ ਰੱਬ ਸੁੱਤਾ, ਸਾਡੀ ਸੁਰਤ ਸੁੱਤੀ ਪਈ ਹੈ ਤੇ ਰੱਬ ਅੰਦਰ ਹੀ ਹੈ, ਤੇ ਅਸੀਂ ਉਹਨੂੰ ਪ੍ਰਗਟ ਨਹੀਂ ਕਰ ਰਹੇ। ਗੁਰੂ ਦੇ ਸ਼ਬਦ ਵਿਚਾਰ ਨਾਲੋਂ, ਗੁਰੂ ਦੀ ਗਿਆਨ ਨਾਲੋਂ, ਗੁਰੂ ਦੇ ਵਿਵੇਕ ਨਾਲੋਂ, ਗੁਰੂ ਦੀ ਨੌਲੇਜ ਲੈ ਕੇ ਅਸੀਂ ਅੰਦਰ ਦੇ ਰੱਬ ਨੂੰ ਕਿਵੇਂ ਪ੍ਰਗਟ ਕਰਨਾ ਹੈ,
ਉਹ ਗੁਰੂ ਸਾਹਿਬ ਕਹਿੰਦੇ ਨੇ ਉਹਦਾ ਨਾਮ ਧਿਆ ਕੇ। ਤੋ ਮਹਾਰਾਜ ਕਹਿੰਦੇ ਨੇ ਕਿ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਫਿਰ ਉਹਨੂੰ ਅੰਦਰ ਤੇ ਬਾਹਰ ਸੰਸਾਰ ਵਿੱਚ ਸਭ ਜਗ੍ਹਾ ਰੱਬ ਹੀ ਨਜ਼ਰ ਆ ਰਿਹਾ ਹੈ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਫਿਰ ਅਸੀਂ ਕੀ ਕਰਨੇ ਆ? ਜਦੋਂ ਮੈਨੂੰ ਪਤਾ ਲੱਗ ਗਿਆ ਰੱਬ ਮੇਰੇ ਅੰਦਰ ਹੈ, ਉਹੀ ਰੱਬ ਸਭ ਦੇ ਅੰਦਰ ਹੈ, ਜਿਤਨੀ ਸੰਗਤ ਬੈਠੇ ਉਹਨਾਂ ਵਿੱਚ, ਹਰ ਜ਼ਰੇ ਜ਼ਰੇ ਵਿੱਚ, ਉਹ ਕੋਈ ਐਸੀ ਜਗ੍ਹਾ ਨਹੀਂ ਹੈ। ਜਲ ਥਲ ਮਈਲ ਪੂਰ ਰਿਹਾ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਉਹ ਤੇ ਜਲ ਵਿੱਚ ਵੀ ਥਲ ਵਿੱਚ ਵੀ ਮਈਲ ਹਰ ਜਗ੍ਹਾ 'ਤੇ ਵੇ। ਤੇ ਫਿਰ ਅਸੀਂ ਕੀ ਕਰਨੇ ਆ? ਫਿਰ ਅਸੀਂ ਉਹਦੇ ਮਿਲ ਕੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਾਂ। ਵਾਹ ਪਰਮਾਤਮਾ, ਤੂੰ ਇੰਨਾ ਵਿਸ਼ਾਲ ਹੈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਹੀਂ। ਹੁਣ ਕਿਸੇ ਨੂੰ ਦਾਤਾਂ ਮਿਲਦੀਆਂ ਹੁੰਦੀਆਂ ਨੇ, ਉਹ ਦਾਤਾਂ ਵੇਖ ਕੇ ਉਹਦੇ ਗੁਣ ਗਾਉਂਦਾ ਹੈ। ਕਿਸੇ ਨੂੰ ਉਹਦੀ ਵਡਿਆਈ ਵੇਖ ਕੇ ਕੋਈ ਵੇਖਦਾ ਕਿ ਉਹਨੇ ਮੈਨੂੰ ਇਹ ਬਲ ਦਿੱਤਾ ਸਰੀਰ ਦਾ, ਤਾਂ ਵੀ ਗਾਉਣ ਲੱਗ ਪੈਂਦਾ ਹੈ। ਗਾਵੇ ਕੋ ਤਾਣ, ਤਾਣ ਹੁੰਦਾ ਬਲ, ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਕੋਈ ਵੇਖਦਾ ਮੈਨੂੰ ਇੰਨੀ ਔਖੀ ਵਿਚਾਰ ਮੈਨੂੰ ਮੇਰੇ ਹਿਰਦੇ 'ਚ ਪਾ ਦਿੱਤੀ ਉਸਨੇ, ਤਾਂ ਵੀ ਗਾਉਣ ਲੱਗ ਪੈਂਦਾ। ਤੇ ਕਈ ਉਸ ਨੂੰ ਨੇੜੇ ਜਾਣ ਕੇ ਗਾਵੇ ਕੋ ਵੇਖੇ ਹਾਦਰਾ ਹਦੂਰ, ਗਾਵੇ ਕੋ ਵੇਖੇ ਜਾਪੇ ਦਿਸੇ ਦੂਰ। ਕਈ ਦੂਰ ਸਮਝਦੇ ਰੱਬ ਨੂੰ ਤਾਂ ਗਾ ਰਹੇ ਨੇ। ਤੋ ਜਿਉਂ-ਜਿਉਂ ਤੁਹਾਡੇ ਅੰਦਰੋਂ ਮੇਰੇ ਅੰਦਰੋਂ ਮੈਂ ਦਾ ਪਰਦਾ ਹਟੇਗਾ ਤੇ ਕੀ ਹੋਏਗਾ? ਉਹਦੇ ਅੰਦਰ ਬਾਹਰ ਰੱਬ ਪ੍ਰਗਟ ਹੋਏਗਾ। ਜਦੋਂ ਇਹ ਪਤਾ ਲੱਗੇਗਾ ਮੈਂ ਨਾਹੀਂ ਕਿਛ ਹੋ ਨਾਹੀਂ, ਕਿਛ ਆਏ ਨਾ ਮੋਰਾ, ਓਸਰ ਲੱਜਾ ਰਾਖ ਲੋ ਸਦਨਾ ਜਨ ਤੋਰਾ। ਹੁਣ ਤੇ ਮੈਂ ਤੇ ਕੁਛ ਹੈ ਹੀ ਨਹੀਂ, ਮੇਰਾ ਮੁਝ ਮੇ ਕਿਛ ਨਹੀਂ। ਕਬੀਰ ਕਹਿੰਦੇ ਨੇ ਜੋ ਕਿਛ ਹੈ ਸੋ ਤੇਰਾ, ਹੁਣ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਹੁਣ ਮੈਂ ਹੀ ਦੇ ਦਿੱਤੀ ਤੇ ਹੁਣ ਮੇਰਾ ਕੀ ਹੈ? ਫਿਰ ਤੇ ਮੇਰਾ ਕੁਛ ਰਹਿ ਹੀ ਨਹੀਂ ਗਿਆ। ਮੈਂ ਹੀ ਤੇ ਮੈਨੂੰ ਗੁਰੂ ਦੇ ਕੋਲ ਨਹੀਂ ਲਿਜਾਣ ਦਿੰਦੀ। ਜਦੋਂ ਮੈਂ ਗੁਰੂ ਦੇ ਅੱਗੇ ਰੱਖ ਦਿੱਤੀ ਤੇ ਫਿਰ ਕੀ ਹੋਇਆ? ਫਿਰ ਤੂੰ ਦਾ ਜਨਮ ਹੋ ਗਿਆ। ਤੂੰ ਦਾ ਤਦ ਤੱਕ ਨਹੀਂ ਆਉਂਦਾ ਜਦ ਤੱਕ ਮੈਂ ਮੇਰੇ ਅੰਦਰ ਹੈ। ਤੋ ਮੈਨੂੰ ਕੀ ਲੋੜ ਹੈ ਬਾਣੀ ਪੜ੍ਹਨ ਦੀ? ਮੈਨੂੰ ਕੀ ਲੋੜ ਹੈ ਸੰਗਤ ਦੀ ਜਾਣ ਦੀ? ਮੈਨੂੰ ਕੀ ਲੋੜ ਹੈ ਅੰਮ੍ਰਿਤ ਛਕਣ ਦੀ? ਅੱਜ ਬੜੇ ਬੰਦੇ ਤੁਹਾਨੂੰ ਇਸੇ ਭਰਮ ਵਿੱਚ ਪਾਉਣਗੇ। ਕੀ ਲੋੜ ਹੈ ਅੰਮ੍ਰਿਤ ਛਕ ਕੇ? ਸੰਗਤ ਕਰ ਰਹੇ ਹੋ, ਕਰਦੇ ਰਹੋ। ਪੜ੍ਹੋ ਇਤਿਹਾਸ ਦੁਨੀਆ ਦੇ, ਜਿੰਨੇ ਵੀ ਭਗਤਾਂ ਨੂੰ, ਉਹਨਾਂ ਨੂੰ ਥਾਂ ਭਗਤਾਂ ਨੂੰ ਮਿਲੀ ਹੈ ਜਿਨ੍ਹਾਂ ਨੇ ਗੁਰੂ ਬਣਾ ਕੇ ਗੁਰੂ ਕੋਲੋਂ ਸਿੱਖਿਆ ਲਈ ਹੈ। ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਿਓ, ਉਹਦੇ ਦਰਸ਼ਨ ਕਰਨ ਵਾਲਿਓ, ਜੇ ਗੁਰੂ ਵਾਲੇ ਨਹੀਂ ਬਣੇ ਤੇ ਫਿਰ ਇਹ ਦੂਜੀ ਲਾਭ ਤੱਕ ਅਸੀਂ ਨਹੀਂ ਪਹੁੰਚ ਸਕਦੇ। ਸਰੀਰਿਕ ਤੌਰ ਤੇ ਜ਼ਰੂਰ ਹੋ ਜਾਣਗੇ ਲਾਵਾਂ ਫੇਰੇ, ਪਰ ਉਦੋਂ ਹੀ ਹੋਣੇ ਨੇ ਜਦੋਂ ਤੱਕ ਸਾਨੂੰ ਗੁਰੂ ਦੇ ਨਾਲ, ਕਿਉਂਕਿ ਪਰਮਾਤਮਾ ਨੇ, ਮੈਂ ਸ਼ੁਰੂ ਤੋਂ ਕਿਹਾ, ਡਿਊਟੀ ਲਾਈ ਗੁਰੂ ਦੀ ਹੈ ਤੇ ਗੁਰੂ ਨੇ ਹੁਣ ਸਾਨੂੰ ਮਿਲਾਣਾ ਹੈ। ਤੋ ਮਹਾਰਾਜ ਅਖੀਰ ਵਿੱਚ ਕਹਿੰਦੇ ਨੇ ਜਨ ਨਾਨਕ ਦੂਜੀ ਲਾਭ ਚਲਾਈ। ਇਸ ਤਰ੍ਹਾਂ ਦੂਜੀ ਲਾਭ ਚੱਲੀ। ਕੀ ਹੋਇਆ? ਅਨਹਦ ਸ਼ਬਦ ਵਜਾਏ। ਅਨਹਦ ਇੱਕ ਰਸ ਹੁਣ ਉਹਦੇ ਅੰਦਰ ਵਾਜੇ ਵੱਜਣ ਲੱਗ ਪਏ, ਕਿਉਂਕਿ ਮੈਂ ਦੀ ਬਦਬੂ ਨਿਕਲ ਗਈ ਤੇ ਵਾਹਿਗੁਰੂ ਨਾਮ ਦੀ ਖੁਸ਼ਬੂ ਅੰਦਰ ਆ ਗਈ। ਜਦੋਂ ਖੁਸ਼ਬੂ ਆਉਂਦੀ ਹੈ ਫਿਰ ਇੱਕ ਰਸ ਹੈ। ਪਰਮਾਤਮਾ ਵੀ ਇੱਕ ਓੰਕਾਰ ਹੈ। ਕਾਰ ਦਾ ਕੀ ਭਾਵ ਹੈ? ਪਹਿਲਾਂ ਦੁਨੀਆ ਦੇ ਲੋਕ ਸਮਝਦੇ ਸੀ ਓਮ ਨੂੰ, ਓਮ ਬੜਾ ਪਵਿੱਤਰ ਸ਼ਬਦ ਹੈ। ਉਹ ਸਮਝਦੇ ਸਨ ਬ੍ਰਹਮਾ ਵਿਸ਼ਨੂੰ ਮਹੇਸ਼, ਊੜਾ ਐੜਾ ਤੇ ਮੰਮਾ, ਬਈ ਇਹੀਓ ਇੱਕ ਪਾਲਣ ਵਾਲਾ ਹੈ, ਇੱਕ ਪੈਦਾ ਕਰਨ ਵਾਲਾ ਹੈ ਤੇ ਇੱਕ ਮਾਰਨ ਵਾਲਾ ਹੈ। ਗੁਰੂ ਸਾਹਿਬ ਨੇ ਏਕਾ ਲਾ ਕੇ ਕਾਰ ਪਾ ਦਿੱਤੀ। ਉਹਦਾ ਮਤਲਬ ਹੈ ਇੱਕ ਰਸ ਹੈ। ਉਹ ਇਹ ਤਿੰਨਾਂ ਦੇ ਹੱਥ ਕੁਛ ਨਹੀਂ, ਇੱਕ ਹੀ ਹੈ ਜਿਹੜਾ ਚਲਾ ਰਿਹਾ ਹੈ। ਉਹ ਕਾਰ ਹੈ, ਸਰਬ ਵਿਆਪਕ ਹੈ, ਇੱਕ ਰਸ ਹੈ। ਉਹਦੀ ਹੁਣ ਅਸੀਂ ਪੜ੍ਹ ਲਿਆ ਨਾ, ਵਾਹਿਗੁਰੂ ਵਾਹਿਗੁਰੂ ਕਰ ਲਿਆ ਜਾਂ ਸਿਮਰਨ ਕਰ ਲਿਆ ਜਾਂ ਪਾਠ ਕਰ ਲਿਆ, ਹੁਣ ਅੱਛਾ ਬਾਬਾ ਜੀ ਸ਼ਾਮੀ ਮਿਲਾਂਗੇ। ਸਾਡਾ ਇੱਕ ਰਸ ਨਹੀਂ ਹੈ। ਇੱਕ ਰਸ ਹੁੰਦਾ ਹੈ ਕਿ ਉਹ ਅੰਦਰ ਵਾਹਿਗੁਰੂ ਨਾਮ ਦੀ ਕੜੀ ਟੁੱਟੇ ਨਾ। ਉਹ ਕਹਿੰਦਾ ਹੁਣ ਇੱਥੇ ਸੰਗਤ ਦੀ ਸਮਾਗਮ ਦੀ ਸਮਾਪਤੀ ਹੋਈ ਹੈ ਨਾ, ਮੇਰੇ ਸਰੂਰ ਦੀ ਸਮਾਪਤੀ ਨਹੀਂ ਹੋਣੀ, ਉਹਦਾ ਸਿਮਰਨ ਚੱਲਦਾ ਹੀ ਰਹਿੰਦਾ। ਤੋ ਮਹਾਰਾਜ ਕਹਿੰਦੇ ਨੇ ਉਹਦੇ ਅੰਦਰ ਅਨਹਦ ਸ਼ਬਦ ਵਜਾਏ, ਭਾਵ ਅਨਹਦ ਉਹ ਲਗਾਤਾਰ ਇੱਕ ਰਸ ਸ਼ਬਦ ਵੱਜਦਾ ਰਹਿੰਦਾ ਹੈ। ਦੁਨੀਆ ਵਿੱਚ ਗੱਲ ਕਰ ਰਹੇ ਨੇ, ਦੇਖੋ ਹੱਥ ਪੈਰ ਗੁਰੂ ਸਾਹਿਬ ਨੇ ਸਾਨੂੰ ਨਹੀਂ ਕਿਹਾ, ਇਹ ਹੱਥਾਂ ਪੈਰਾਂ ਦਾ ਵਿਸ਼ਾ ਹੀ ਨਹੀਂ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ,
ਇਹ ਤੇ ਚਿੱਤ ਲਾਉਣ ਦੀ ਗੱਲ ਹੈ। ਰੱਬ ਨੇ ਇਹ ਨਹੀਂ ਕਿਹਾ ਮਾਲਾ ਜੇ ਹੱਥ ਦਿੱਤੇ ਨੇ ਤੇ ਹੱਥ ਕਿਰਤ ਕਰਨ ਵਾਸਤੇ ਦਿੱਤੇ ਨੇ, ਮਾਲਾ ਫੜਨ ਵਾਸਤੇ ਨਹੀਂ ਦਿੱਤੇ, ਇਹਨੂੰ ਕਲਮੰਡਲ ਫੜਨ ਵਾਸਤੇ ਨਹੀਂ ਦਿੱਤੇ ਹੱਥ, ਇੱਕ ਤਿਲਕ ਲਾਉਣ ਵਾਸਤੇ ਨਹੀਂ ਹੱਥ ਦਿੱਤੇ, ਹੱਥ ਨਾਲ ਕੰਮ ਕਰਨ ਵਾਸਤੇ। ਹਾਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ। ਰੱਬ ਨੂੰ ਜਪਣ ਦਾ ਵਿਸ਼ਾ ਚਿੱਤ ਦਾ ਹੈ, ਹੱਥਾਂ ਪੈਰਾਂ ਦਾ ਨਹੀਂ ਹੈ। ਨੰਗੇ ਰਹਿਣ ਦਾ, ਨੰਗੇ ਚੱਲਣ ਦਾ, ਨੰਗੇ ਪੈਰੀ ਚੱਲਣ ਦਾ ਵਿਸ਼ਾ ਨਹੀਂ ਹੈ। ਤੁਸੀਂ ਇਹਦਾ ਮਤਲਬ ਜਿਹਦੇ ਪੈਰ ਨਹੀਂ ਉਹ ਤਾਂ ਚੱਲ ਹੀ ਨਹੀਂ ਸਕੇਗਾ ਫਿਰ, ਨਹੀਂ। ਇੱਥੇ ਚਿੱਤ ਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਇੱਥੇ ਚਿੱਤ ਦੀ ਲੋੜ ਹੈ। ਇੱਥੇ ਉਹ ਨਹੀਂ ਹੈ ਕਿ ਅਸੀਂ ਵਿਹਲੜ ਹੋ ਜਾਈਏ, ਆਪਣੀ ਰਿਸਪੌਂਸਿਬਿਲਟੀਆਂ, ਆਪਣੀਆਂ ਜ਼ਿੰਮੇਵਾਰੀਆਂ ਤੋਂ ਹਟ ਜਾਈਏ। ਨਹੀਂ, ਮਹਾਰਾਜ ਕਹਿੰਦੇ ਉਹ ਤੁਸੀਂ ਨਿਭਾਓ, ਪਰ ਜਿਹੜਾ ਚਿੱਤ ਹੈ ਨਾ, ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ। ਅਸੀਂ ਚਿੱਤ ਹੈ ਜਿਹੜਾ ਉਹ ਰੱਬ ਦੇ ਨਾਲ ਲਾਣਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਫਿਰ ਉਹਦੇ ਅੰਦਰ ਅਨਹਦ ਸ਼ਬਦ ਵਜਾਏ, ਅਨਹਦ ਵਾਜੇ ਵੱਜਦੇ ਨੇ। ਉਹ ਫਿਰ ਇੱਕ ਤਾਰ ਵੱਜਦੇ ਰਹਿੰਦੇ ਨੇ, ਕਿਉਂਕਿ ਉਸਨੇ ਅੰਦਰੋਂ ਮੈਂ ਦੀ ਪਰਤ ਸੀ ਉਹ ਕੱਢ ਦਿੱਤੀ, ਅਤੇ ਸ਼ਬਦ ਦਾ ਜਨਮ ਉਹਨੇ ਫਿਰ ਆਪਣੀ ਹਉਮੈ ਤੋਂ ਹਟਾ ਕੇ ਅਤੇ ਉਸ ਤੂੰ ਵਾਹਿਗੁਰੂ ਦਾ ਨਾਮ ਜਪ ਕੇ ਉਹਨੇ ਜਿਹੜੀ ਰੋਲ ਸੀ ਉਹ ਚਲਾ ਲਈ ਅੰਦਰ। ਗੁਰੂ ਬਾਬਾ ਜੀ ਕਿਰਪਾ ਕਰਨ, ਅੱਜ ਦੂਜੀ ਲਾਅ ਵਿੱਚ ਮਹਾਰਾਜ ਨੇ ਇਹ ਸਾਨੂੰ ਉਪਦੇਸ਼ ਦਿੱਤਾ ਹੈ। ਹੁਣ ਤੀਜੀ ਲਾਅ ਅਗਲੇ ਹਫਤੇ ਜੇ ਮਹਾਰਾਜ ਨੇ ਸਵਾਸ ਬਖਸ਼ੇ, ਜਿਹਦੇ ਵਿੱਚ ਮਹਾਰਾਜ ਨੇ ਕਿਹਾ ਤੀਜੜੀ ਲਾਅ ਮਨ ਚਾਓ ਪਿਆ ਬੈਰਾਗੀਆ ਬਲਰਾਮ ਦੀ। ਹੁਣ ਬੈਰਾਗ ਦੀ ਅਵਸਥਾ ਆ ਜਾਏਗੀ, ਉਹ ਅਸੀਂ ਫਿਰ ਅਗਲੀ ਵਾਰੀ ਸਾਂਝ ਕਰਾਂਗੇ। ਮੇਰੀਆਂ ਭੁੱਲਾਂ ਮੈਨੂੰ ਬਖਸ਼ ਦੇਣਾ। ਚੰਗੇ ਬਚਨ ਨੇ ਉਹ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੜੇ ਪਿਆਰੇ ਬੋਲ ਨੇ, ਉਹ ਤੁਸੀਂ ਹਿਰਦੇ ਵਿੱਚ ਅਡਾਪ ਕਰੋ। ਸਾਰੀਆਂ ਸੰਗਤਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਜੋ ਬੜੇ ਪਿਆਰ ਸਹਿਤ ਸਾਨੂੰ ਬਿਠਾ ਕੇ ਆਪਸ ਵਿੱਚ ਮਿਲ ਬਹਿਣ ਦਾ ਇਹ ਸੁਭਾਗ ਸਮਾਂ ਬਖਸ਼ ਦੇ।